ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਬਿਖੈ ਬਨ ਫੀਕਾ ਤਿਆਗ ਰਿਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਬਿਖੈ ਬਨ ਫੀਕਾ ਤਿਆਗ ਰਿਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਹਾਮਾਨ ਮਹਤ ਨ ਸਕਤ ਹੀ ਕਾਈ, ਸਾਧਾਂ ਦਾਸੀ ਥੀਓ। ਨਾਨਕ ਸੇ ਦਰ ਸੋਭਾਵੰਤੇ, ਜੋ ਪ੍ਰਭ ਅਪੁਨੈ ਕੀਓ। ਹਰ ਚੰਦੌਰੀ ਚਿਤ ਭ੍ਰਮ ਸਖੀਏ, ਮ੍ਰਿਗ ਤ੍ਰਿਸ਼ਨਾ ਦ੍ਰੁਮ ਛਾਇਆ। ਚੰਚਲ ਸੰਗ ਨ ਚਾਲਤੀ ਸਖੀਏ, ਅੰਤ ਤਜ ਜਾਵਤ ਮਾਇਆ। ਰਸ ਭੋਗਣ ਅਤ ਰੂਪ ਰਸ ਮਾਤੇ, ਇਨ ਸੰਗ ਸੂਖ ਨ ਪਾਇਆ। ਧਨ ਧਨ ਹਰ ਸਾਧ ਜਨ ਸਖੀਏ, ਨਾਨਕ ਜਿਨਹੀ ਨਾਮ ਧਿਆਇਆ। ਜਾਏ ਬਸੋ ਵੱਡ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਤਹ ਦੁਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵ ਲਾਈਐ। ਤਹ ਜਨਮ ਨਾ ਮਰਨ ਨਾ ਆਵਣ ਜਾਣਾ, ਨਿਹਚਲ ਸ਼ਰਣੀ ਪਾਈਐ। ਪ੍ਰੇਮ ਬਿਛੋ ਨ ਮੋਹ ਵਿਆਪੈ, ਨਾਨਕ ਹਰ ਏਕ ਤਿਹਾਈਐ। ਦ੍ਰਿਸ਼ਟ ਤਾਰ ਮਨ ਬੇਧਿਆ ਪਿਆਰੇ, ਰਤੜੇ ਸਹਿਜ ਸੁਭਾਏ। ਸੇਜ ਸੁਹਾਵੀ ਸੰਗ ਮਿਲ ਪ੍ਰੀਤਮ, ਆਨੰਦ ਮੰਗਲ ਗੁਣ ਗਾਏ। ਸਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਇਛ ਪੂਜਾਏ। ਨਾਨਕ ਅਚਰਜ ਅਚਰਜ ਸਿਉ ਮਿਲਿਆ, ਕਹਿਣਾ ਕਛੂ ਨ ਜਾਏ। ਸਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਇਛ ਪੂਜਾਏ। ਨਾਨਕ ਅਚਰਜ ਅਚਰਜ ਸਿਉ ਮਿਲਿਆ, ਕਹਿਣਾ ਕਿਛੂ ਨ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼, ਢਲਦੀ ਸ਼ਾਮ ਸੰਗਤ ਦੀਆਂ ਘੜੀਆਂ ਅਸੀਂ ਪ੍ਰਾਪਤ ਕਰ ਰਹੇ ਹਾਂ। ਇਹ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ। ਇਸ ਅੰਦਰ ਬਿਲਾਵਲ ਰਾਗ ਦੇ ਬਚਨ, ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸੰਦੇਸ਼ ਅਸੀਂ ਵਿਚਾਰ ਰਹੇ ਹਾਂ। ਜੋ ਸ਼ਬਦ ਆਪਨੇ ਸਰਵਨ ਕੀਤਾ, ਇਸ ਪਾਵਨ ਸ਼ਬਦ ਦੀ ਬੰਤਰ ਹੈ ਤੇ ਚੌਪਦਿਆਂ ਵਾਲੀ ਹੈ, ਕਿਉਂਕਿ 4 ਪਦੇ ਨੇ ਇਹਦੇ ਵਿੱਚ। ਬਟ ਇੱਕ ਜਿਹੜੀ ਇਹਦੇ 'ਚ ਐਕਸੈਪਸ਼ਨਲ ਗੱਲ ਹੈ ਉਹ ਹੈਗੀ ਹੈ ਕਿ ਇਹਦੇ 'ਚ ਰਹਾਉ ਦਾ ਬੰਦ ਨਹੀਂ ਹੈ। ਸੋ ਈਚ ਸਟੈਂਜਾ itself is independent unit, and that independent unit is carrying
ਇਟਸ ਓਨ ਮੈਸੇਜ ਇਸ ਰੂਪ ਵਿੱਚ ਬਾਤ ਆ। ਅਦਰਵਾਈਜ਼ ਇਹ ਹੁੰਦਾ ਕਿ ਇੱਕ ਸੈਂਟਰਲ ਆਈਡੀਆ ਹੁੰਦਾ, ਬਾਕੀ ਸ਼ਬਦ ਉਸ ਸਾਰੇ ਦੀ ਰਿਫਲੈਕਸ਼ਨ ਹੁੰਦੀ। ਖੈਰ, ਬਚਨ ਲੈਂਗੁਇਸਟਿਕ ਸਾਈਡ ਤੋਂ, ਭਾਸ਼ਾਈ ਪੱਖ ਤੋਂ ਬੜੀ ਵੋਕੈਬਲਰੀ ਇਹਦੀ ਜਿਹੜੀ ਗਲੋਸਰੀ ਯੂਜ਼ ਹੋਈ ਹੈ ਬੜੀ ਅਗੇਨ ਹਮੇਸ਼ਾ ਦੀ ਤਰ੍ਹਾਂ ਮੈਟਾਫੋਰਿਕ ਤਾਂ ਹੈ ਹੀ ਹੈ, ਬਟ ਥੋੜ੍ਹੀ ਡੀਪ ਲੈਵਲ ਦੀ ਹੈ। ਇਹਨੂੰ ਅਸੀਂ ਬੜੀ ਮਹਿੰਗੀ ਭਾਸ਼ਾ ਵੀ ਕਹਿ ਸਕਦੇ ਹਾਂ ਕਈ ਵਾਰੀ। ਵਿਲ ਟਰਾਈ ਆਵਰ ਬੈਸਟ, ਜਿਵੇਂ ਗੁਰੂ ਮਹਾਰਾਜ ਅਸੀਸ ਦੇਣਗੇ ਉਸ ਰੂਪ ਵਿੱਚ ਬਾਤ ਪਾਵਾਂਗੇ। ਬਿਲਕੁਲ ਪਹਿਲੇ ਪਦੇ ਤੋਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਮਹਾਰਾਜ ਬਿਆਨ ਕਰਦੇ ਨੇ ਕਿ ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਬਿਖੈ ਬਨ ਫੀਕਾ ਤਿਆਗਰੀ ਸਖੀਏ। ਬਿਖੈ, ਇਸ ਦੀ ਟਰਾਂਸਲੇਸ਼ਨ ਬਿਖ ਦੀ ਹੈ। ਬਿਖ ਦਾ ਮਤਲਬ ਹੀ ਜ਼ਹਿਰ ਹੁੰਦਾ। ਹੁਣ ਜ਼ਹਿਰ ਤੇ ਜ਼ਹਿਰ ਦੇ ਜੰਗਲ ਦੇ ਵਿੱਚ ਰਹਿਣਾ ਤੇ ਜ਼ਹਿਰ ਖਾਣਾ, ਜ਼ਹਿਰ ਵਿੱਚ ਜੀਣਾ, ਇਹਨੂੰ ਗੁਰੂ ਸਾਹਿਬ ਨੇ ਕਈ ਰੰਗਾਂ 'ਚ ਬਾਣੀ 'ਚ ਬਿਆਨ ਕੀਤਾ। ਕਿਤੇ ਅਸੀਂ ਇਹ ਮਹਾਰਾਜ ਦੇ ਬਚਨਾਂ ਨੂੰ ਪੜ੍ਹਦੇ ਕਿ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਉਦਿਆਨ ਵੀ ਜੰਗਲ ਨੂੰ ਕਿਹਾ ਗਿਆ ਤੇ ਉੱਥੇ ਕਿਹਾ ਗਿਆ ਮਹਾ ਭਿਆਨ ਉਦਿਆਨ। ਉਸ ਨੂੰ ਰਹਿਣ ਵਾਲਾ ਨਗਰ ਮੰਨ ਲੈਣਾ ਵੀ ਇਹ ਵਸੇਬਾ ਬੜਾ ਵਧੀਆ ਹੈ। ਇਸ ਤਰ੍ਹਾਂ ਜਾਣੀਏ, ਜਿਵੇਂ ਆਪਾਂ ਇਹਨਾਂ ਮੁਲਕਾਂ 'ਚ ਰਹਿ ਰਹੇ ਹਾਂ। ਆਪਨੇ ਰੀਸੈਂਟਲੀ ਲੰਡਨ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਸਮ ਸੋਰਟ ਆਫ ਸੈਕਸ਼ੂਅਲ ਹਰਾਸਮੈਂਟ ਬਾਰੇ ਸੁਣਿਆ ਹੋਏਗਾ। ਕਾਫੀ ਵੱਡੇ ਲੈਵਲ 'ਤੇ ਉਹਦੀ ਚਰਚਾ ਹੋਈ। ਮੇਨ ਸਟਰੀਮ ਮੀਡੀਆ 'ਚ ਗਾਲਬਨ ਕੋਈ 2-2.5 ਹਫ਼ਤੇ ਚਰਚਾ ਚੱਲਦੀ ਰਹੀ ਅਤੇ ਅਕਸਰ ਇਹੋ ਜਿਹੀ ਚੀਜ਼ਾਂ ਮਿਲ ਜਾਂਦੀਆਂ ਸੁਣਾਉਣ ਨੂੰ ਉਸ ਰੂਪ ਦੇ ਵਿੱਚ। ਇਹਦੇ 'ਚ ਜਿਹੜੀ ਐਡਵੋਕੇਸੀ ਹੁੰਦੀ ਉਹ ਹੁੰਦੀ ਹਿਊਮਨ ਫਰੀਡਮ ਦੀ। ਵੀ ਆਰ ਆਲ ਫਰੀ, ਵਟ ਐਵਰ ਵੀ ਵਾਂਟ ਵੀ ਕੈਨ ਡੂ, ਵੇਅਰ ਐਵਰ ਵੀ ਵਾਂਟ ਵੀ ਕੈਨ ਗੋ, ਆਲ ਦੀਸ ਥਿੰਗਸ ਇਸ ਰੂਪ ਦੇ ਵਿੱਚ। ਠੀਕ ਹੈ ਭਾਈ, ਇਹ ਸਭ ਚੀਜ਼ਾਂ ਠੀਕ ਨੇ, ਲੀਗਲੀ ਸਾਨੂੰ ਰਾਈਟਸ ਨੇ ਸਭ ਚੀਜ਼ਾਂ ਦੇ ਵਿੱਚ। ਆਪ ਹੈਰਾਨ ਹੋਵੋਗੇ, ਲੀਗਲ ਰਾਈਟਸ ਕਾਪੀ 'ਤੇ ਲਿਖੇ ਜਾਂਦੇ ਨੇ ਪੈਨ ਦੇ ਨਾਲ। ਲਾ ਬਾਏ ਲਾਜ਼ ਬਣਦੇ, ਉਹਨਾਂ ਦੀ ਐਕਸਪਲੇਨੇਸ਼ਨਸ ਹੁੰਦੀ, ਸਭ ਚੀਜ਼ਾਂ ਹੁੰਦੀਆਂ। ਪਰ ਐਂਡ ਆਫ ਦਾ ਡੇ ਉਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਆ, ਭਾਵੇਂ ਉਹਨਾਂ ਨੂੰ ਇਨਫੋਰਸ ਕਰਨਾ ਹੈ, ਭਾਵੇਂ ਐਕਸਪਲੇਨ ਕਰਨਾ ਹੈ, ਭਾਵੇਂ ਉਹਨਾਂ ਦੇ ਪ੍ਰਤੀ ਅਕਾਊਂਟੇਬਲ ਬਣਾਉਣਾ ਹੈ, ਕੌਨਸੀਕੁਐਂਸਿਸ ਫਿਲ ਕਰਨੇ ਨੇ, ਇਹ ਤਾਂ ਹਿਊਮਨ ਨਹੀਂ ਕਰਨੇ ਨੇ। ਹਿਊਮਨ ਬੀਇੰਗ ਆਰ ਇਨਵੋਲਵਡ ਇਨ ਦੇਅਰ, ਉਹ ਇਨਵੋਲਵ ਹੋਣਗੇ। ਸਾਡੇ ਮੈਂ ਪ੍ਰਿਜ਼ਨਸ ਦੀ ਜੇ ਬਾਤ ਕਰਾਂ, ਲੰਬਾ ਸਮਾਂ ਹੋ ਗਿਆ ਜਾਂਦੇ ਨੂੰ ਮੈਨੂੰ ਉੱਥੇ, ਅਤੇ ਉੱਥੇ ਇੱਕ ਚੀਜ਼ ਮੈਂ ਅੰਡਰਸਟੈਂਡ ਕੀਤੀ। ਉਹ ਇਹ ਕੀਤੀ ਕਿ ਜਿਹੜੇ ਮੋਸਟਲੀ ਯੰਗ ਅਫੈਂਡਰਸ ਨੇ, ਮੋਸਟ ਆਫ ਦੈਮ ਆਰ ਡੂਇੰਗ ਔਰ ਐਕਚੁਅਲੀ ਸਟਰਗਲਿੰਗ ਵਿਦ ਸਮਵਨਸ ਅੰਡਰਲਾਈਨ ਇਸ਼ੂਜ਼। ਉਹ ਐਵੇਂ ਨਹੀਂ ਹੈਗੇ ਉੱਥੇ, ਉਹ ਵਿਚਾਰੇ ਕਿਸੇ ਨਾ ਕਿਸੇ ਅੰਡਰਲਾਈਨ ਇਸ਼ੂ ਦੇ ਨਾਲ ਆ ਰਹੇ ਨੇ। ਉਹ ਬਹੁਤ ਜਿਹਨੂੰ ਕਿਹਾ ਜਾਏ ਕਿ ਨੋਨ ਡਿਟ ਜਿਹੜਾ ਹੈਗਾ ਡਾਇਗਨੋਸ ਕੀਤਾ ਹੋਇਆ, ਜਿਹਨੂੰ ਡਾਇਗਨੋਸਟਿਕ ਵੇ ਨਾਲ ਅਸੀਂ ਪ੍ਰੂਵ ਨਹੀਂ ਕਰ ਸਕਦੇ, ਉਹ ਬਹੁਤ ਮਾਈਲਡ ਜਿਹਾ ਆਟਿਜ਼ਮ ਵੀ ਹੋ ਸਕਦਾ, ਬਹੁਤ ਮਾਈਲਡ ਜਿਹਾ। ਪਰ ਉਹ ਸਾਰੇ ਨੇ ਉਸ ਪਰਸਨੈਲਿਟੀ ਨੂੰ ਇੱਕ ਵੱਡੇ ਲੈਵਲ 'ਤੇ ਜਿਹੜਾ ਹੈਗਾ ਉਹਦੀ ਜ਼ਿੰਦਗੀ 'ਚ ਡਿਸਟਰੈਕਸ਼ਨ ਕ੍ਰੀਏਟ ਕੀਤੀ। ਉਸ ਡਿਸਟਰੈਕਸ਼ਨ ਦੇ ਵਿੱਚੋਂ ਉਹ ਬੰਦਾ ਉੱਥੇ ਪਹੁੰਚ ਗਿਆ। ਉਹਦੇ 'ਚ ਕੋਈ ਇਸ ਕਿਸਮ ਦੀ ਗੱਲ ਹੋਈ ਜਾਂ ਕੋਈ ਐਨੀ ਅਦਰ ਇਸ਼ੂ। ਇੱਕ ਚੀਜ਼ ਤੇ ਬੜੇ ਪੱਧਰੇ ਤੌਰ 'ਤੇ ਅਸੀਂ ਨੋਟ ਕੀਤੀ ਹੈ ਉੱਥੇ ਕਿ ਜ਼ਿਆਦਾਤਰ ਉਹਨਾਂ ਦੇ 'ਚ ਅਗਰੈਸ਼ਨ ਹੈ, ਅਤੇ ਅਗਰੈਸ਼ਨ ਇਸ ਕਰਕੇ ਹੈ ਕਿਉਂਕਿ ਜੋ ਕੁਝ ਉਹਨਾਂ ਦੇ ਨਾਲ ਹੋਇਆ, ਜੋ ਕੁਝ ਉਹਨਾਂ ਦੇ ਅੰਦਰ ਚੱਲਦਾ, ਦੇ ਆਰ ਨੋਟ ਕੈਪੇਬਲ ਟੂ ਐਕਸਪ੍ਰੈਸ ਇਟ। ਇਹਦੇ ਲਈ ਇੰਟਲੈਕਟ ਦੀ ਬਹੁਤ ਸ਼ਾਰਪਨ ਲੈਵਲ ਦੀ ਐਬਿਲਿਟੀ ਚਾਹੀਦੀ ਹੁੰਦੀ ਹੈ। ਆਪਣੀ ਗੱਲ ਕਿਸੇ ਨੂੰ ਕਨਵੇ ਕਰ ਸਕਣੀ ਇਨ ਏ ਵੈਰੀ ਫੋਰਸਿੰਗ ਲੈਵਲ, ਇਨ ਏ ਵੈਰੀ ਕਨਵਿੰਸਿੰਗ ਲੈਵਲ, ਦੈਟਸ ਨਾਟ ਅ ਸਮਾਲ ਥਿੰਗ। ਇਸ ਦੁਨੀਆ ਦੇ ਵਿੱਚ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ।
तो बच्चों मैं देखता एक कमी होंगी उन्होंने वड्डे लैवल तो अपनी गल्लां नहीं एक्सप्लेन कर पाए, नहीं दस पाए। पहला उन्होंने एक्सप्लेन ना कर सकन सदका घर दे विच जज नहीं कर पाया कोई चंगी तरह। फिर अथॉरिटीज़ भावें स्कूल होए जिहड़ा पहला तुहानूं जज करन दा सोर्स बनदा, क्योंकि तुहाडी वाकई च उत्थे परसनैलिटी नूं उत्थे टैसट किया जाता, एग्जामिन किया जाता। फिर उस तो बाद तुहाडे जिन्ने स्पोर्ट्स प्लेसिस ने, स्पोर्ट्स ग्राउंड भावें प्ले ग्राउंड है, भावें यानी स्पोर्ट्स एक्टिविटीज़ का क्लब आ कोई उत्थे है जिस कोचेस इनवॉल्व होंदे, नाल दे पीयर्स इनवॉल्व होंदे, फिर डेफिनेटली अथॉरिटीज़ तो आ ही जांदियां बाद दे विच। फिर सारे इशूज़ दे नाल डील करदे इस रूप दे विच। जिहड़ी मैं बेनती कर रहा सीगा उहदे ते एम्फसाइज रखिए, फोकस रखिए। उत्थे गल ये मन्नी जाती है, बड़ी लिजिटिमेट एक्सप्लेनेशन की जाती है लॉ की ते लीगल टर्मिनोलॉजी की। उत्थे कहा जाता है यू आर इनोसेंट, दैट्स नॉट एनफ। तुसी इनोसेंट हो, एनफ नहीं हैगा। तुहाडी परसैप्शन इनोसेंट वाली होए, ये एनफ है, ये पूरा है। बंदा कहे भी मैं ना आई वॉज एट रॉन्ग प्लेस एट ए रॉन्ग टाइम, दैट वॉज माई मिसटेक, हू केयर। लेजिटिमेटी लैवल ते देखा जाए तो गल ये है कि परसैप्शन की बनती है विचों, बस परसैप्शन ही तेरी व्याख्या है, ये मन के चलिया जाए। आ रूप जिहड़ा आ ये बंदे नूं जहनी तौर पर समझ आ जाना बड़ा जरूरी है। इस तरीके नाल जदों असीं समाज विच ते खास करके बड़ी यंग एज दे विच असीं देखीए तो उहदे अंदर बाउंड्रीज क्रॉस करनियां ये चंगा लगता है, क्योंकि पता लगता मेरा मेरे च कितनी एबिलिटी है, क्योंकि मदर नेचर की एनर्जी है ना, सारी एनर्जी इस रूप में। सॉरी टू से मैं इत्थे गुरु महाराज के हजूर बैठ के गुरबाणी के आगोश में ये बात कह रहा तुहानूं। यूनिवर्सिटी स्टडीज़ के दौरान असी खुद बहुत सारे मंजर देखे, ऐसे मंजर भी देखे कि 5 फ्लोर की बिल्डिंग है, 5 मंजिल की बिल्डिंग है, मतलब किड्डी उच्ची होएगी जे 10-10 12-12 फुट भी तुसी सीलिंग लगाओ एक फ्लोर की, उहदे उत्ते बाहरले पासे इस तरीके दे नाल जिहड़ी फेंस वॉल बनी है, उस वॉल के उत्ते वाक करना शर्त ला के 10 रुपए की शर्त लगेगी। जिहड़ा हैगा आ वॉक कर जे तो उन्होंने 10 रुपए की कैंटीन तो चाह ते पकौड़े खवाए जाणगे। एंड यंगस्टर्स दे डू दैट, रूटीन च होना है। अज सोचते अज अंदाजा लगता अंदर मतलब कांप आउंदी सारा कुछ सोच के भी बाय चांस पैर फिसल जाता। हालत यह है, बचना कुछ नहीं सीगा, थल्ले ते बिल्कुल पत्थर का फ्लोर आ। किनू जे कोई एक गिर जाता 10 ते इल्जाम लगना सीगा, पुलिस केस होना सीगा, अथॉरिटीज इनवॉल्व, किन्ना कुछ। पर उस एज च की ये जिहड़ी चीज आ ये है महाभयान उद्यान नगर कर मान्या है, बड़ा महाभयानक नगर। एक जंगल का वसेबा आ, जंगल का वसेबा सुरत करके जांगली सोच आ। ये सोच लोअर लैवल की है, इस सोच के सिविल बिहेवियर नहीं पैदा होएगा, इस सोच विचों कोई चंगा अमल नहीं निकलेगा। जिवें वाइल्ड एनीमल हुंदा आ उसनूं तुसीं पैट नहीं बना सकते, क्योंकि उन्हें तो नुकसान करना है, उन्होंने कित्थे छड्डोगे? वो तो जिधर भी जाएगा उस रूप के विच आइदर कोई ना कोई डिजीज़ कैरी करता, डिजीज़ नहीं कैरी करता किसी चीज़ का नुकसान करेगा। इत्थे होया केस कैनेडा दे जिहड़े सीगे स्नेक दी फैमिली दे विचों किसी ने वो अपने घरे पैट रख ले, मुड़ के लेट नाइट बच्चे जिहड़ा आ उत्थे एक तरह दे नाल स्लीप ओवर करन लई आ गए अपने फ्रेंड सर्कल दे विचों। एंड वो वड्डे अजगर दी नस्ल वाले सप सीगे, दे किल दैम। बड़ी वड्डी पिछले कुछ समा पहले ये बात हुई इत्थे। एक जिसने ये चीज़ कीता, ते फिर मैं एज दे कल्ले परसपैक्टिव विच नहीं कह रहा, एक कल्चर भी हुंदा आ, ये आले दुआले तो मिल रही इनफॉर्मेशन नूं कोई किस तरीके नाल परसीव करदा है ते प्रोसैस करदा है ते उन्हें बिलीव करना शुरू कर दिंदा आ। वैक्सीन रिलेटेड जिवें कोविड-19 बारे ਜਿਹੋ जी एडवोकेसी एक छोटा जिहा ग्रुप कर रहा, तुसीं कदी उन्हां दे तर्क सुनो।
मैं एक दिन बाय चांस अमेरिकन ABC ਜਿਹੜਾ ਰੇਡੀਓ ਸੁਣ ਰਿਹਾ ਸੀਗਾ, ਸ਼ਾਮ ਲੇਟ ਨਾਈਟ ਮੈਂ ਕਿਤੇ ਡਰਾਈਵ ਕਰ ਰਿਹਾ ਸੀਗਾ, ਐਂਡ ਆਈ ਵਾਜ਼ ਲਿਸਨਿੰਗ, ਮਾਈਂਡ ਬਲੋਇੰਗ। ਜਿਹੜਾ ਬੰਦਾ ਇਹਦੇ ਆਰਗੂਮੈਂਟ ਸੁਣ ਰਿਹਾ ਹੈ ਉਹ ਤੇ ਬੰਦਾ ਟੀਕਾ ਨਾ ਲਵਾਏਗਾ ਬਿਲਕੁਲ। ਹੋਸਟ ਬੜੇ ਕਮਾਲ ਦੇ ਤਰੀਕੇ ਨਾਲ, ਇੰਨੇ ਸਫਿਸਟੀਕੇਟਡ ਤੇ ਇਤਨੇ ਲੌਜੀਕਲ ਵੇ ਦੇ ਨਾਲ ਆਪਣੀ ਪ੍ਰੈਜੈਂਟੇਸ਼ਨ ਕਰ ਰਿਹਾ, ਸਾਇੰਸ ਨੂੰ ਸਾਇੰਸ ਦੇ ਜ਼ਰੀਏ ਝੂਠਾ ਕਰ ਰਿਹਾ, ਕਹਿ ਰਿਹਾ ਜੀ ਇਹ ਤੇ ਹੈ ਹੀ ਝੂਠ। ਦੇਖੋ ਜੀ ਗੱਲ ਇਹ ਹੈ ਕਿ ਇਹਦੀ ਤੇ ਜਿਹੜੀ ਸਟੱਡੀ ਨਹੀਂ ਆਈ, ਬੱਚਿਆਂ ਤੇ ਸਟੱਡੀ ਨਹੀਂ ਹੋਈ ਇਹਦੇ ਬਾਬਤ, ਤੇ ਜਿਨ੍ਹਾਂ ਬੰਦਿਆਂ ਨੂੰ ਕੋਈ ਕਿਸੇ ਕਿਸਮ ਦੇ ਇਸ਼ੂਜ਼ ਸੀਗੇ ਉਹਨਾਂ ਤੇ ਸਟੱਡੀ ਨਹੀਂ ਹੋਈ। ਹਾਲਾਂਕਿ ਨੋ ਡਾਊਟ ਕੁਛ ਜਗ੍ਹਾ ਤੇ ਸ਼ੱਕ ਦੀ ਗੁੰਜਾਇਸ਼ ਹੈ, ਪਰ ਜਿਵੇਂ ਉਹਨੇ ਦ ਵੇ ਹੀ ਵਾਜ਼ ਪ੍ਰੈਜ਼ੈਂਟਿੰਗ, ਕੋਈ ਬੰਦਾ ਵੀ ਉਹਦੇ ਚੋਂ ਬਾਹਰ ਨਹੀਂ ਨਿਕਲ ਸਕਦਾ। ਸੋ ਇਹ ਰੂਪਤਾ ਜਿਹੜੀ ਹੈ ਇਹ ਸਮਾਜਾਂ ਦੇ ਵਿੱਚ, ਮਨੁੱਖਾਂ ਦੇ ਵਿੱਚ, ਸੰਸਾਰ ਵਿੱਚ ਰਹਿੰਦੀ ਹੈ। ਆਪ ਅਹਿਸਾਸ ਕਰੋ, ਸੌਰੀ ਟੂ ਸੇ, ਮੈਂ ਫਿਰ ਮਾਫੀ ਮੰਗਾਂਗਾ ਕਿਉਂਕਿ ਬਿਖੈ ਬਨ ਫੀਕਾ ਤਿਆਗ ਰਹੀ ਸਖੀਏ, ਜ਼ਹਿਰ ਵਾਲੇ ਇਸ ਜੰਗਲ ਨੂੰ ਤਿਆਗ ਦੇ। ਸਾਡੀ ਜਿਹੜੀ ਕਾਉਂਸਲਿੰਗ ਰਿਲੇਟਡ ਮੋਸਟਲੀ ਸਟੱਡੀਜ਼ ਹੁੰਦੀਆਂ ਨੇ ਥੈਰੇਪੀਜ਼ ਦੇ ਵਿੱਚ, ਇਹ ਬਹੁਤ ਕੋਸਟਲੀ ਸਟੱਡੀ ਦਾ ਸਾਰਾ ਪਾਰਟ ਹੈਗਾ, ਬੜਾ ਮਹਿੰਗਾ ਹੈਗਾ। ਜੇ ਸਹੀ ਰੂਪ ਵਿੱਚ ਕਿਹਾ ਜਾਏ ਤਾਂ ਅਸੀਂ ਸ਼ਾਇਦ ਆਪਣੀ ਲਾਇਸੈਂਸ ਦੀ ਫੀਸ ਵੀ ਅਫੋਰਡ ਨਹੀਂ ਕਰ ਸਕਦੇ ਜੇ ਸਹੀ ਤਰੀਕੇ ਨਾਲ ਦੇਖਿਆ ਜਾਏ ਤਾਂ। ਫਿਰ ਇਸ ਸਾਰੇ ਨੂੰ ਜਿਹੜੀਆਂ ਖਾਸ ਕਰਕੇ ਬਹੁਤ ਸਾਰੀਆਂ ਡਰੱਗ ਕੰਪਨੀਜ਼ ਨੇ ਅਤੇ ਹੋਰ ਬਹੁਤ ਸਾਰਾ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਨੇ ਉਹ ਐਕਚੁਅਲੀ ਫੰਡ ਕਰਦੀਆਂ ਨੇ। ਅਤੇ ਉਹਨਾਂ ਦੇ ਵਿੱਚ ਆਪ ਹੈਰਾਨ ਹੋਵੋਗੇ, ਸ਼ਰਾਬ ਵਾਲੀਆਂ ਕੰਪਨੀਆਂ ਵੀ ਨੇ ਬਹੁਤ ਸਾਰੀਆਂ। ਹੁਣ ਬੰਦਾ ਕਹੇਗਾ ਇੱਕ ਪਾਸੇ ਜਿਹੜੇ ਕਾਉਂਸਲਿੰਗ ਕਰ ਰਹੇ, ਐਡਿਕਸ਼ਨ ਦੇ 'ਚ ਕੰਮ ਕਰਦੇ, ਇਹੋ ਜਿਹੇ ਖੇਤਰ 'ਚ ਕੰਮ ਕਰਦੇ, ਉਹ ਲੋਕ ਤਾਂ ਨਸ਼ੇ ਛਡਾ ਰਹੇ ਨੇ। ਡਰੱਗਸ ਕੰਪਨੀ ਨੂੰ ਤਾਂ ਬੈਨੀਫਿਟ ਹੀ ਕੋਈ ਨਹੀਂ ਉਹਨਾਂ ਨੂੰ ਪਾਲ ਕੇ, ਕੋਈ ਬਹੁਤ ਫਾਇਦਾ ਉਹਨਾਂ ਨੂੰ, ਕਿਉਂਕਿ ਉੱਥੇ ਇਹ ਕਿਹਾ ਜਾਣਾ ਕਿ ਤੁਸੀਂ ਜਿਹੜੀ ਚੀਜ਼ ਨੂੰ ਫੋਲੋ ਕਰਨਾ ਉਹ ਹੈਗਾ ਹਾਰਮ ਰਿਡਕਸ਼ਨ। ਤੁਸੀਂ ਕੋਈ ਵੀ ਚੀਜ਼ ਯੂਜ਼ ਕਰ ਸਕਦੇ ਹੋ, ਬਸ ਨਾ ਐਜ਼ ਲੌਂਗ ਐਜ਼ ਯੂ ਆਰ ਨੋਟ ਹਾਰਮਿੰਗ ਯੂਰ ਸੈਲਫ ਐਂਡ ਯੂ ਆਰ ਨੋਟ ਹਾਰਮਿੰਗ ਅਦਰਸ, ਦੈਟਸ ਇਟ, ਦੈਟਸ ਓਕੇ। ਇਹਨੂੰ ਬਿਲਕੁਲ ਐਲੀਮੀਨੇਟ ਨਹੀਂ ਕਰਨਾ, ਨਾ ਨਾ ਨਾ, ਬਸ ਹਾਰਮ ਵਿੱਚੋਂ ਕੱਢਣਾ ਆ। ਹੁਣ ਆਹ ਜਿਹੜੀ ਚੀਜ਼ ਆ ਹਾਰਮ ਵਿੱਚੋਂ ਕੱਢਣਾ ਆ, ਸਪੋਜ਼ ਕਰੋ ਕਿ ਯੂ ਕੈਨ ਪਲੇ ਵਿਦ ਨਾਈਫ, ਬਟ ਜਸਟ ਇਹ ਮੇਕ ਸ਼ੋਰ ਕਰੀ ਨਾਈਫ ਤੈਨੂੰ ਲੱਗ ਨਾ ਜਾਏ। ਸ਼ਾਰਪਨ ਐਜ ਇੱਕ ਕਿਸਮ ਦਾ ਕੋਈ ਜਿਹੜਾ ਹੈਗਾ ਕੋਈ ਚੀਜ਼ ਆ, ਕੋਈ ਆਰਟੀਕਲ ਇਸ ਕਿਸਮ ਦੀ ਚੀਜ਼ ਆ, ਅਤੇ ਉਸ ਨੂੰ ਇੱਕ ਛੋਟਾ ਜਿਹਾ ਬੱਚਾ ਅਤੇ ਉਹਨੂੰ ਪਕੜਨ ਦੀ ਵੀ ਕਿਸੇ ਪਾਸੇ ਹੈ ਨਹੀਂ ਕੋਈ ਇਸ ਤਰੀਕੇ ਨਾਲ, ਹੋਏਗਾ ਕਿ ਇਸ 'ਤੇ ਪੇਪਰ ਕੱਟ ਲੱਗ ਜਾਂਦਾ ਪ੍ਰੋਪਰ ਡੀਲ ਨਾ ਕਰੋਗੇ ਤੇ। ਫਿਰ ਕਿਹਾ ਸੀ ਤੈਨੂੰ ਹਾਰਮ, ਅਤੇ ਫਿਰ ਕਿਹਾ ਚਲੋ ਥੋੜ੍ਹਾ ਬਹੁਤਾ ਹਾਰਮ ਹੋ ਜਾਏ ਇਹਨੂੰ ਰਿਡਿਊਸ ਕਰ ਦਿਓ, ਰਿਡਕਸ਼ਨ ਘਟਾ ਦਿਓ ਥੋੜ੍ਹਾ ਜਿਹਾ ਪ੍ਰਭਾਵ। ਇਸ ਕਿਸਮ ਦੀ ਸੁਸਾਇਟੀ, ਇਸ ਕਿਸਮ ਦੇ ਸਮਾਜ 'ਚ ਅਸੀਂ ਜੀ ਰਹੇ ਹਾਂ। ਇੱਥੇ ਕਿਹਾ ਜਾਏ ਅਲਕੋਹਲ, ਡਾਟਾ ਬੇਸਡ ਇਨਫੋਰਮੇਸ਼ਨ ਇਹ ਹੈ, ਹਰ ਇੱਕ ਚੌਥਾ ਫਿਊਨਰਲ ਕੈਨੇਡਾ ਦੇ ਵਿੱਚ ਡਿਊ ਟੂ ਅਲਕੋਹਲ ਹੁੰਦਾ। ਆਪ ਹੈਰਾਨ ਹੋਵੋਗੇ, ਇੰਨਾ ਵੱਡਾ ਡਾਟਾ ਪਿਆ। ਹਾਂਜੀ, ਪਰ ਫਿਰ ਵੀ COVID-19 ਦੇ ਵਿੱਚ ਬਾਕੀ ਸਭ ਚੀਜ਼ਾਂ ਜਿਹੜੀਆਂ ਨੋਨ ਅਸੈਂਸ਼ੀਅਲ ਬੰਦ ਸੀਗੀਆਂ, ਜਿਹੜੀ ਚੀਜ਼ ਅਸੈਂਸ਼ੀਅਲ ਸੀਗੀ ਉਹ LCBU ਸੀ, ਓਪਨ ਰਿਹਾ। ਉਹਨੇ ਕਿਹਾ ਇਹਨੂੰ ਓਪਨ ਰੱਖੋ। ਹਾਲਾਂਕਿ ਮੇਰੇ ਨਾਲ ਕੁਝ ਕੰਮ ਕਰਦੇ ਪ੍ਰਿਜ਼ਨਸ ਦੇ ਵਿੱਚ ਹੀ, ਸਮਝੋ ਇੱਕ ਤਰ੍ਹਾਂ ਦੇ ਨਾਲ ਐਜ਼ ਏ ਚੈਪਲਨ, ਅਤੇ ਉਹ ਉੱਥੇ ਕਹਿੰਦੇ ਕਮਾਲ ਨਹੀਂ ਗੀ ਇਹ ਕਿ ਚੈਪਲੈਂਸੀ ਜਿਹੜੀ ਹੈਗੀ ਹੈ ਜਾਂ ਸਪਿਰਿਚੁਅਲ ਸਰਵਿਸਿਜ਼ ਹੈਗੀਆਂ ਨੇ, ਦੇ ਆਰ ਨੋਟ ਅਸੈਂਸ਼ੀਅਲ ਐਟ ਆਲ, ਦੇ ਆਰ ਨੋਨ ਅਸੈਂਸ਼ੀਅਲ, ਬਟ ਜਿੱਥੋਂ ਬੰਦੇ ਨੇ ਨਸ਼ਾ ਲੈਣਾ ਦੈਟ ਇਜ਼ ਅਸੈਂਸ਼ੀਅਲ। ਉਹ ਕਹਿੰਦਾ ਮੈਨੂੰ ਤਾਂ ਖੁਦ ਨਹੀਂ ਸਮਝ ਲੱਗ ਰਹੀ ਵੀ ਹੋ ਕੀ ਰਿਹਾ। ਸੋ ਇਹ ਰੂਪ ਜਿਹੜਾ ਸਮਾਜ ਦੇ ਵਿੱਚ ਇਹਦੇ ਵਾਸਤੇ ਗਰਾਊਂਡ ਬਣਾਇਆ ਜਾਂਦਾ ਹੈ, ਫਿਰ ਹੌਲੀ ਹੌਲੀ ਦੱਸਿਆ ਜਾਂਦਾ ਵੀ ਨਹੀਂ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਜ਼ਹਿਰ ਲੈਣਾ ਕੋਈ ਵੱਡੀ ਗੱਲ ਨਹੀਂ ਹੈ, ਜ਼ਹਿਰ ਦੇ ਵਿੱਚ ਰਹਿ ਲੈਣਾ ਥੋੜ੍ਹਾ ਬਹੁਤਾ, ਇਟਸ ਨੋਟ ਏ ਬਿਗ ਡੀਲ, ਇਟਸ ਓਕੇ। ਇਸ ਕਿਸਮ ਦੇ ਨਾਲ ਹੈ। ਫਿਰ ਬਾਉਂਡਰੀ ਕਦੋਂ ਕ੍ਰਾਸ ਕਰੇਗਾ ਬੰਦਾ, ਯੂ ਨੈਵਰ ਨੋ। ਮਹਾਰਾਜ ਬਿਆਨ ਕਰਦੇ, ਬਿਖੈ ਬਨ ਫੀਕਾ, ਇਸ ਜ਼ਹਿਰ ਦੇ ਜੰਗਲ 'ਚ ਕੋਈ ਰਸ ਨਹੀਂ, ਛੱਡ ਦੇ ਇਹਨੂੰ, ਇਹਦੇ 'ਚ ਨਾ ਜਾ। ਇੱਕ ਵਿਸ਼ਿਕ ਜ਼ਹਿਰ ਦੀ ਗੱਲ ਕੀਤੀ, ਬੜਾ ਜ਼ਹਿਰ ਹੈ ਹੋਰ, ਜਿਹੜੀ ਬੇਤਹਾਸ਼ਾ ਲਸਟ ਦੀ ਇਨਵੋਲਵਮੈਂਟ ਆ ਬੰਦੇ ਦੀ ਲਾਈਫ ਦੇ ਵਿੱਚ, ਖਾਸ ਕਰਕੇ ਅੱਜ ਦੇ ਸਮਾਜ ਦੇ ਅੰਦਰ ਕੀ ਹਾਲਤ ਹੈ। ਬੇਤਹਾਸ਼ਾ ਜਿਹੜੇ ਈਵਨ ਸਰਮਾਏ ਦੀ
ਈਵਨ ਪੋਜੈਸ਼ਨਸ ਦੀ ਪਾਵਰ ਦੀ ਭੁੱਖ ਦੇਖੋ ਤੁਸੀਂ, ਤਾਕਤ। ਇਹ ਜਿਹੜੀ ਅੱਜ ਦੁਨੀਆ ਦੀ ਹਾਲਤ ਬਣੀ ਪਈ ਹੈ ਸਾਰੇ ਦੀ ਸਾਰੀ, ਪੂਰਾ ਦਾ ਪੂਰਾ ਗਲੋਬ ਤੁਸੀਂ ਦੇਖੋ ਕਿਸ ਕਿਸਮ ਦੀ ਡਿਸਟਰਕਸ਼ਨ ਕ੍ਰੀਏਟ ਹੋਣ ਵਾਸਤੇ ਹਾਲਾਤ ਬਣ ਰਹੇ ਹੈਗੇ ਨੇ। ਕਿਤੇ ਚਾਈਨਾ ਤਾਈਵਾਨ ਦਾ ਇਸ਼ੂ ਚੱਲ ਰਿਹਾ ਹੈ, ਕਿਤੇ ਇੱਧਰ ਇਸ਼ੂ ਚੱਲ ਰਿਹਾ, ਕਿਤੇ ਅਫਗਾਨਿਸਤਾਨ ਦੇ ਵਿੱਚ ਹੋਰ। ਭਈ ਇੱਕ ਬੱਚਾ ਤੇ ਬੱਚਾ ਆ। ਮੈਂ ਅਫਗਾਨਿਸਤਾਨ ਰਿਲੇਟਡ ਕੁਝ ਬੱਚਿਆਂ ਦਾ ਲਿਟਰੇਚਰ ਪੜ੍ਹ ਰਿਹਾ ਸੀਗਾ ਉੱਥੇ। ਮਾਈ ਨੇਮ ਇਜ਼ ਪਰਵਾਨਾ, ਮੇਰੇ ਖਿਆਲ 'ਚ 3-4 ਬੁੱਕਾਂ ਦੀ ਉਹ ਸੀਰੀਜ਼ ਹੈਗੀ ਹੈ। ਇਟ ਵਾਜ਼ ਕਾਈਂਡ ਆਫ ਜਸਟ ਇੱਕ ਕਹਿ ਲਿਆ ਜਾਏ ਕਿ ਫਿਕਸ਼ਨ ਕਾਈਂਡ ਆਫ ਚੀਜ਼ ਸੀਗੀ, ਮਤਲਬ ਰਿਐਲਿਟੀ ਨਹੀਂ ਸੀ ਹੈਗੀ, ਪਰ ਕਿਸੇ ਸਿਚੁਏਸ਼ਨਸ ਦੇ ਉੱਤੇ ਤੇ ਕੁਝ ਇਨਫੋਰਮੇਸ਼ਨ ਦੇ ਬੇਸਡ ਕਰਕੇ ਬਣਾਏ ਗਏ। ਜੋ ਤੁਸੀਂ ਪੜ੍ਹਦੇ ਹੋ ਤੁਹਾਨੂੰ ਪਤਾ ਲੱਗਦਾ ਹੱਦ ਹੋ ਗਈ। ਮੇਰੇ ਘਰ ਵਿੱਚ 6-7 ਸਾਲ ਦਾ ਬੱਚਾ ਪਲ ਰਿਹਾ, ਇੱਕ 6-7 ਸਾਲ ਦਾ ਬੱਚਾ ਇਸ ਸਾਰੀ ਸਫਰਿੰਗ ਚੋਂ ਗੁਜ਼ਰ ਰਿਹਾ। ਉਸਨੂੰ ਰੋਟੀ ਨਹੀਂ ਮਿਲਦੀ 5-5 ਦਿਨ 7-7 ਦਿਨ। ਭਾਈ ਕੀ ਫਰਕ ਕੀ, ਇੱਕ ਮੇਰੇ ਘਰ ਬੱਚਾ ਪੈਦਾ ਹੋ ਗਿਆ, ਕਿਸੇ ਗੁਆਂਢੀ ਘਰ ਪੈਦਾ ਹੋ ਗਿਆ, ਇੱਕ ਇਸ ਮੁਲਕ 'ਚ ਪੈਦਾ ਹੋ ਗਿਆ, ਇੱਕ ਦੂਸਰੇ ਮੁਲਕ 'ਚ ਪੈਦਾ ਹੋ ਗਿਆ, ਸਿਰਫ ਉਹਦੀ ਸਜ਼ਾ ਉੱਥੇ ਪੈਦਾ ਹੋ ਗਿਆ। ਪਰ ਹੂ ਕੇਅਰ। ਸਮਾਜਾਂ ਦੇ ਵਿੱਚ ਤੇ ਇੱਕ ਐਸੀ ਹਾਲਤ ਬਣੀ ਪਈ ਹੈ, ਜਾਂ ਇਹੋ ਜਿਹੇ ਸਮਾਜ 'ਚ ਅਸੀਂ ਸੁਰਜੀਤ ਕਰ ਰਹੇ ਹਾਂ ਜਿਹਦੇ 'ਚ ਬਿਕ ਜ਼ਹਿਰ, ਤੇ ਜ਼ਹਿਰ ਕੈਸਾ ਆ? ਹੰਕਾਰ ਦਾ ਇਜ਼ਾਫੇਦਾਰੀ ਹੈ। ਹੰਕਾਰ ਦੀ ਟਿਸੀ ਤੇ ਬੈਠੇ ਹੋਏ ਲੋਕ, ਬਸ ਵੀ ਆਰ ਦਾ ਸੁਪੀਰੀਅਰ, ਵੀ ਆਰ ਦਾ ਐਵਰੀਥਿੰਗ, ਨਥਿੰਗ ਐਲਸ ਐਕਚੁਅਲੀ ਕੈਨ ਬੀ ਕੰਪੇਅਰਡ ਵਿਦ ਅਸ। ਕਿਸੇ ਨੂੰ ਕੰਪੈਰੀਜ਼ਨ ਵਿੱਚ ਨਾ ਲਿਆਂਦਾ ਜਾਏ। ਇਹੋ ਜਿਹਾ ਜਿਹੜਾ ਨੈਸ਼ਨਲਹੁੱਡ ਆ, ਇਹ ਸਾਰਾ ਬੁਖਾਰ, ਇਹ ਵਿਖਿਆ, ਇਹ ਬੰਦੇ ਦੀ ਸੁਰਤ ਨੂੰ ਮਾਰਦਾ, ਮਨੁੱਖ ਨੂੰ ਮਨੁੱਖ ਤੋਂ ਲੋਅਰ ਲੈਵਲ 'ਤੇ ਲੈ ਕੇ ਆਉਂਦਾ। ਇਹ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਸਾਈਡ ਤੋਂ ਲੈ ਕੇ, ਇੱਕ ਪਰਸਨਲ ਚੋਇਸ ਤੋਂ ਲੈ ਕੇ, ਇੱਕ ਪੂਰੀ ਸੁਸਾਇਟੀ ਦੀ ਜਿਹੜੀ ਚੋਇਸ ਅਸੀਂ ਬਣਾਉਂਦੇ ਹਾਂ, ਸਾਰੇ ਦੇ ਉੱਤੇ ਡਿਪੈਂਡ ਕਰਦਾ ਆ। ਬਾਬਾ ਜੀ ਨੇ ਇੱਥੇ ਬਾਤ ਕੀਤੀ, ਬਿਖੈ ਬਨਫੀਕਾ ਤਿਆਗਰੀ ਸਖੀਏ। ਮਹਾਰਾਜ ਕਹਿੰਦੇ ਮੈਂ ਤੇਰਾ ਦੁਸ਼ਮਣ ਨਹੀਂ। ਤੇ ਗੁਰੂ ਸਾਹਿਬ ਜਦੋਂ ਸਿੱਖਿਆ ਵੀ ਦਿੰਦੇ, ਕਲਾਵੇ 'ਚ ਲੈ ਕੇ ਦਿੰਦੇ, ਪਿਆਰ ਨਾਲ ਦਿੰਦੇ, ਦੋਸਤ ਬਣਾ ਕੇ ਦਿੰਦੇ। ਕਹਿੰਦੇ ਮੈਂ ਸਖਾ ਆ ਤੇਰਾ, ਹੇ ਸਖੀਏ, ਸਤਸੰਗੀ ਸਖੀਏ, ਮੇਰੀ ਬਾਤ ਸੁਣ। ਬਿਖੈ ਬਨਫੀਕਾ ਤਿਆਗਰੀ ਸਖੀਏ। ਤੇ ਫਿਰ ਇਹਨੂੰ ਰਿਪਲੇਸ ਕਰ ਕਾਹਦੇ ਨਾਲ ਜੀ? ਨਾਮ ਮਹਾਰਸ ਮੀਠਾ, ਨਾਮ ਦਾ ਮਹਾਰਸ ਪ੍ਰਾਪਤ ਕਰ। ਹੁਣ ਕੁਝ ਇਸ ਕਿਸਮ ਦਾ ਇਕੋਨਮੀ ਦਾ ਮਾਡਲ ਬਣਿਆ ਹੈ, ਕੁਝ ਇਹੋ ਜਿਹਾ ਲਾਈਫ ਸਟਾਈਲ ਅਡਾਪਟ ਕੀਤਾ ਅਸੀਂ, ਕੁਝ ਜ਼ਿੰਦਗੀ ਦੀ ਰੇਲ ਇਸ ਕਿਸਮ ਦੀ ਚੱਲ ਰਹੀ ਹੈ। ਬੱਚਾ ਸਕੂਲ ਤੋਂ ਵਾਪਸ ਆਉਂਦਾ ਹੈ, ਸਭ ਤੋਂ ਪਹਿਲਾਂ ਆ ਕੇ ਆਪਣੀ ਵੀਡੀਓ ਗੇਮ ਔਨ ਕਰਦਾ ਹੈ। ਉਹਦਾ ਕਾਰਨ ਹੈ ਘਰ ਦੇ 'ਚ ਕੋਈ ਉਹਦੇ ਨਾਲ ਪਲੇ ਕਰਨ ਵਾਸਤੇ ਨਹੀਂ ਹੈਗਾ। ਇਹਨਾਂ ਮੁਲਕਾਂ 'ਚ ਵੈਦਰ ਵੀ ਪਰਮਿਟ ਨਹੀਂ ਕਰਦਾ ਇਸ ਕਿਸਮ ਦੇ ਨਾਲ। ਜਿਹੜੀਆਂ ਐਕਟੀਵਿਟੀਜ਼ ਦੇ 'ਚ ਪਾਰਟੀਸਪੇਟ ਕਰ ਸਕਦਾ, ਉਹ ਜਿਹੀਆਂ ਐਕਟੀਵਿਟੀਜ਼ ਅਸੀਂ ਨਹੀਂ ਬਣਾ ਪਾਏ, ਰਿਪਲੇਸਮੈਂਟ ਨਹੀਂ ਹੋਈ ਉਸ ਨੂੰ। ਤੇ ਉਸ ਟੈਕਨੋਲੋਜੀ ਨੇ, ਉਸ ਸਾਰੇ ਨੇ, ਤੇ ਪੀਅਰ ਪ੍ਰੈਸ਼ਰ ਵੀ ਇੱਕ ਉਹ ਲੈ ਗਿਆ। ਉਹ ਸਾਰੇ ਦੇ 'ਚ ਉਸ ਬੱਚੇ ਦਾ ਬਚਪਨ ਚਲਾ ਗਿਆ, ਉਹ ਸਭ ਚੀਜ਼ ਚਲੀ ਗਈ ਜਿਹੜੀ ਉਸਨੇ ਸਿੱਖਣੀ ਸੀ ਉਸ ਤਰੀਕੇ ਨਾਲ, ਸਾਰੇ ਦੀ ਸਾਰੀ ਉਸ ਰੂਪ ਦੇ ਵਿੱਚ। ਆਪ ਹੈਰਾਨ ਹੋਵੋਗੇ। ਮੈਂ ਅਕਸਰ UK ਜਾਣਾ, ਸਾਡੇ ਉੱਥੇ ਬੜੇ ਪਿਆਰੇ ਸੱਜਣ ਨੇ, ਬਹੁਤ ਉਮਦਾ ਐਜੂਕੇਸ਼ਨਲ ਚਾਈਲਡ ਸਾਈਕੋਲੋਜਿਸਟ ਨੇ। ਤੇ ਜਿਹੜੇ ਬੱਚੇ ਬਹੁਤ ਸਵੀਅਰ ਔਟਿਜ਼ਮ ਨਾਲ ਤੇ ਐਪੀਲੈਪਸੀ ਨਾਲ ਡੀਲ ਕਰਦੇ ਨੇ, ਉਹਨਾਂ ਬੱਚਿਆਂ ਦਾ ਟਰੀਟਮੈਂਟ ਕਰਦੇ ਨੇ ਉੱਥੇ। ਬੜਾ ਵੱਡਾ ਸੈਂਟਰ ਹੈ ਐਂਡ ਹੀ ਇਜ਼ ਦਾ ਹੈਡ ਆਫ ਦਾ ਡਿਪਾਰਟਮੈਂਟ। ਉਹ ਜੋ ਜਾਣਦੇ ਅਸੀਂ, ਤੇ ਮੈਂ ਕਈ ਵਾਰੀ ਦੇਖਦਾ ਵੀ ਉਹ ਟਰੀਟਮੈਂਟ ਕਿਵੇਂ ਕਰਦੇ ਨੇ। ਸਾਨੂੰ ਲੱਗੇਗਾ ਵੀ ਦਵਾਈਆਂ ਚੱਲ ਰਹੀਆਂ ਹੋਣਗੀਆਂ, ਗੋਲੀਆਂ ਖਵਾ ਰਹੇ ਹੋਣਗੇ ਇਸ ਕਿਸਮ ਦੇ ਨਾਲ। ਨਾ, ਉਹ ਕਹਿੰਦੇ ਦਵਾਈਆਂ ਗੋਲੀਆਂ ਨਾਲ ਠੀਕ ਹੋਣਾ ਹੁੰਦਾ, ਘਰ ਹੀ ਕਰਾ ਲਈ, ਘਰ ਹੀ ਹੋਏ ਹੁੰਦੇ। ਬਹੁਤ ਮਹਿੰਗਾ ਇੱਕ ਤਰ੍ਹਾਂ ਦਾ ਉਹ ਸੈਂਟਰ ਹੈ, ਕੋਈ ਆਲਮੋਸਟ £1-1.25 ਫੀਸ ਹੈ ਉਹਦੀ ਸਾਲ ਦੀ। ਤੇ ਉਹ ਬੱਚਿਆਂ ਨੂੰ ਜ਼ਿੰਦਗੀ ਜੀਣ ਦੇ ਕੈਪੇਬਲ ਬਣਾ ਕੇ ਆਲਮੋਸਟ ਘਰਾਂ ਨੂੰ ਭੇਜਦੇ ਵਾਪਸ। ਉੱਥੇ ਜਿਹੜਾ ਹੈਗਾ ਉਹਨਾਂ ਨੇ ਇਨ ਹਾਊਸ ਫੈਸਿਲਿਟੀ ਬਣਾਈ ਉਹ ਸਾਰੀ। ਖੈਰ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀਗਾ ਕਿ ਉਹਦੇ ਵਿੱਚ ਉਹ ਫਿਰ ਕਰਦੇ ਕੀ, ਉਹ ਜਿਹੜੀਆਂ ਨਾਰਮਲ ਗੇਮਸ ਅਸੀਂ ਖੇਡਦੇ, ਇਹ ਖੇਡਾਂ ਖੇਡਦੇ ਉਹਨਾਂ ਦੇ ਨਾਲ, ਖੇਡਾਂ ਖੇਡਦੇ ਹੋਏ, ਨਾਰਮਲ ਗੇਮਸ ਖੇਡਦੇ ਹੋਏ, ਕਿਤੇ ਜਿਹੜੀ ਇਹ ਇੱਕ ਤਰ੍ਹਾਂ ਦੇ ਨਾਲ ਦਰਖਤਾਂ 'ਤੇ ਚੜ੍ਹ ਰਹੇ ਨੇ। ਉਹ ਮਤਲਬ ਉਹਦੇ ਉੱਤੇ ਦਰਖਤਾਂ 'ਤੇ ਚੜ੍ਹੇ ਨੇ, ਦਰਖਤਾਂ ਤੋਂ ਉਤਰ ਰਹੇ ਨੇ, ਤੇ ਇਸ ਸਾਰੇ ਦੇ ਵਿੱਚ। ਤੇ ਮੈਂ ਉਹਨਾਂ ਨੂੰ ਕਹਿ ਰਿਹਾ, ਮੈਂ ਕਿਹਾ ਵੀ ਇਹ ਕੀ ਹੈ? ਕਹਿੰਦੇ ਐਕਚੁਅਲੀ ਅਸੀਂ ਇਹਨਾਂ ਨੂੰ ਰਿਸਕ ਮੈਨੇਜਮੈਂਟ ਸਿਖਾ ਰਹੇ ਹਾਂ। ਮੈਂ ਕਿਹਾ ਰਿਸਕ ਮੈਨੇਜਮੈਂਟ? ਕਹਿੰਦੇ ਹਾਂ। ਕਹਿੰਦੇ ਬੜਾ ਵੱਡਾ ਹੈ। ਇਸ ਬੱਚੇ ਨੂੰ ਦੱਸਿਆ ਜਾਂਦਾ ਕਿ ਭਾਈ ਤੂੰ ਦੇਖ ਤੇਰਾ ਹੱਥ ਦਾ ਗ੍ਰਿਪ ਕਿੰਨਾ ਕਿਆ, ਰਿਸਕ ਲੈ, ਪਰ ਜਿੰਨਾ ਮੈਨੇਜ ਕਰ ਸਕਦਾ। ਡਿੱਗ ਜੇ, ਸੱਟ ਨਾ ਲੱਗੇ, ਹੱਥ ਜਿਹੜਾ ਆ, ਟਾਹਣੀ ਦੇਖ ਕਿੱਡੀ ਕਿੱਡੀ ਕੁ ਮਜ਼ਬੂਤ ਆ। ਜਿੰਨਾ ਚੜ੍ਹਨਾ ਉਹਨਾਂ ਆਪ ਹੀ ਉਤਰਨਾ, ਜਿੰਨੀ ਮਰਜ਼ੀ ਦੇਰ ਲਾ ਕੇ ਉਤਰੀ। ਸੋ ਉਹਨਾਂ ਕੀ ਰਿਸਕ ਲਈ ਜਿੰਨਾ
ਮੈਜਰ ਕਰ ਸਕਣਾ, ਜਿੰਨਾ ਕੁ ਤੂੰ ਜਿਹੜਾ ਹੈਗਾ ਮੈਨੇਜ ਕਰ ਸਕਦਾ। ਉਸ ਤਰੀਕੇ ਨਾਲ ਇਹੋ ਜਿਹੀਆਂ ਚੀਜ਼ਾਂ, ਮਡ ਵਾਕਿੰਗ ਹੋ ਰਹੀ ਹੈ ਇਸ ਰੂਪ ਦੇ ਵਿੱਚ। ਇਹ ਸਾਰਾ ਕੁਝ ਇਹ ਕੀ ਹੈ? ਰਿਪਲੇਸਮੈਂਟ ਆ। ਜਿਸ ਸਮੇਂ ਦੇ ਵਿੱਚ ਮਨ ਨੇ ਮਿਜ਼ਰੀ ਕ੍ਰੀਏਟ ਕਰਨੀ ਸੀ, ਮਨ ਨੇ ਵੰਡਰਨੈਸ ਕਰਨੀ ਸੀਗੀ, ਇੱਧਰ ਉੱਧਰ ਮਾਈਂਡ ਵਾਂਡਰਿੰਗ ਹੋਣੀ ਸੀਗੀ, ਕਿਸੇ ਆਲੇ ਦੁਆਲੇ ਤੋਂ ਕਿਸੇ ਚੀਜ਼ ਵੱਲ ਵੇਖ ਕੇ ਐਨਵੀ ਬਿਰਤੀ ਆਉਣੀ ਸੀਗੀ, ਓਕੇ ਆਈ ਡੋਂਟ ਹੈਵ, ਦੇ ਹੈਵ ਦੈਟ। ਇਸ ਸਾਰੇ ਸਮੇਂ ਨੂੰ ਉੱਥੋਂ ਕੱਢ ਕੇ ਇੱਥੇ ਇਨਵੈਸਟ ਕੀਤਾ ਜਾ ਰਿਹਾ। ਇਹਦੇ ਵਿੱਚ ਇੱਕ ਲਰਨਿੰਗ ਹੋ ਰਹੀ ਹੈ ਸਾਰੀ। ਹੁਣ ਇਸ ਸਾਰ ਨੂੰ ਫਿਜ਼ੀਕਲ ਤੋਂ ਅਸੀਂ ਮੈਂਟਲ ਸਾਈਡ ਤੇ, ਸਪਿਰਿਚੁਅਲ ਸਾਈਡ ਤੇ ਲੈ ਆਈਏ। ਦੇਖੋ ਗੱਲ ਇਹ ਹੈ, ਗੁਰਬਾਣੀ ਨੂੰ ਇੱਕ ਉਮਦਾ ਕਿਸਮ ਦੀ ਹਾਇਰ ਲੈਵਲ ਦਾ ਫਲਸਫਾ ਸਮਝ ਕੇ ਪੜ੍ਹੋ। ਇਹ ਤੁਹਾਡੀ ਮਨ ਦੀ ਦੁਨੀਆ ਆ, ਗਿਆਨ ਸਮਝ ਕੇ ਪੜ੍ਹੋ ਇਹਨੂੰ। ਇਹ ਮਨ ਦਾ ਗਿਆਨ ਹੈ। ਮਾਈਂਡ ਵਾਂਡਰਿੰਗ ਤੇ ਹੋ ਹੀ ਰਹੀ ਹੈ। ਇਹਦੇ ਮੁਕਾਬਲਤਨ ਮਨ ਨੂੰ ਕੁਝ ਪਲੇ ਕਰਨ ਵਾਸਤੇ ਮਿਲੇਗਾ, ਥਾਟਸ ਮਿਲਣਗੇ, ਆਈਡੀਆਜ਼ ਮਿਲਣਗੇ, ਰਿਪਲੇਸਮੈਂਟ ਹੋਏਗੀ। ਜਿਹੜਾ ਮਨ ਇੱਧਰ ਉੱਧਰ ਭਟਕ ਰਿਹਾ, ਉਹ ਕਿਸੇ ਇੱਕ ਵੱਡੇ ਕਿਸਮ ਦੀਆਂ ਗੁੱਥੀਆਂ ਨੂੰ ਸੁਲਝਾ ਰਿਹਾ ਆਪਣੇ ਅੰਦਰ ਦੀ ਦੁਨੀਆ ਦੇ ਵਿੱਚ। ਇਹ ਮਨ ਉੱਥੇ ਸਹੀ ਪਾਸੇ ਜਾਣਾ ਸ਼ੁਰੂ ਹੋਏਗਾ। ਆਇਆ ਗੁਰੂ ਬਾਬਾ ਜੀ ਸੰਦੇਸ਼ ਦਿੰਦੇ ਨੇ, ਮਨ ਸਮਝਾਵਨ ਕਾਰਨ ਹੈ ਕਛੂਕ ਪੜ੍ਹੀਐ ਗਿਆਨ। ਕੁਝ ਗਿਆਨ ਪੜ੍ਹ ਤਾਂ ਕਿ ਮਨ ਨੂੰ ਸਮਝਾ ਸਕੇ, ਮਨ ਸਮਝ ਸਕੇ। ਫਿਰ ਮੈਂ ਬੇਨਤੀ ਕਰਾਂਗਾ, ਕਈ ਵਾਰ ਇਹ ਵੀ ਚੀਜ਼ਾਂ ਹੁੰਦੀਆਂ, ਸਾਡੀਆਂ ਸ਼ਿਕਾਇਤਾਂ ਹੁੰਦੀਆਂ, ਮੈਂ ਵੀ ਵਿੱਚ ਸ਼ਾਮਲ ਹਾਂ। ਮੈਂ ਕੋਈ ਬਾਹਰ ਨਹੀਂ ਹੈਗਾ। ਆਈ ਐਮ ਆਲਸੋ ਏ ਵੈਰੀ ਨੋਰਮਲ ਪਰਸਨ। ਆਈ ਸ਼ੁਡ ਨਾਟ ਸੇ ਵੈਰੀ ਨੋਰਮਲ, ਕਿਉਂਕਿ ਹੋ ਸਕਦਾ ਥੋੜ੍ਹਾ ਅਬਨੋਰਮਲ ਵੀ ਹੋਵਾਂ ਨੋਰਮਲ ਨਾਲੋਂ। ਮਤਲਬ ਇਸ ਕਿਸਮ ਦੀ ਗੱਲ ਵੀ ਹੁੰਦੀ। ਮੈਂ ਵੀ ਇੱਕ ਫਾਦਰ ਹਾਂ, ਮੈਂ ਵੀ ਇੱਕ ਬ੍ਰਦਰ ਹਾਂ, ਮੈਂ ਵੀ ਇੱਕ ਸਨ ਹਾਂ, ਮੈਂ ਵੀ ਇੱਕ ਆਰਡੀਨਰੀ ਸਿਟੀਜ਼ਨ ਹਾਂ। ਸਾਰੇ ਰੋਲ ਮੈਂ ਵੀ ਪਲੇ ਕਰਦਾ ਸਮਾਜ ਦੇ ਵਿੱਚ। ਅਤੇ ਗਾਹੇ ਬਗਾਹੇ ਸਾਰੇ ਉਸੇ ਤਰੀਕੇ ਦੇ ਨਾਲ ਫੈਸਲੇ ਲੈਂਦੇ, ਉਵੇਂ ਗਲਤੀਆਂ ਕਰਦੇ, ਉਵੇਂ ਯੈਲ ਕਰਦੇ ਹੋ, ਸਭ ਨੋਰਮਲ ਚੱਲਦਾ। ਹੁਣ ਕੀ ਹੈ ਕਿ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਅਤੇ ਮਨ ਦੇ ਵਿੱਚ, ਵੈਸੇ ਗੱਲ ਕੱਲ੍ਹ ਨੂੰ ਕਰਾਂਗੇ ਥੈਂਕਸ ਗਿਵਿੰਗ ਦੇ ਉੱਤੇ ਪ੍ਰੋਪਰਲੀ, ਬਟ ਲੈਟਸ ਐਕਚੁਅਲੀ ਜਸਟ ਸਟਾਰਟ ਟੂਡੇ। ਇੱਕ ਸਟਾਰਟਰ ਦੇ ਤੌਰ 'ਤੇ ਸਾਡੇ ਅੰਦਰ ਇੱਕ ਚੀਜ਼, ਇੱਕ ਇਮੋਸ਼ਨ ਜਿਹੜਾ ਆ, ਇੱਕ ਫੀਲਿੰਗ ਜਿਹੜੀ, ਉਹ ਸਾਰੀਆਂ ਫੀਲਿੰਗ ਦੇ ਉੱਤੇ ਓਵਰਲੈਪ ਕਰਦੀ ਹੈ, ਐਂਡ ਦੈਟ ਇਜ਼ ਰਿਜ਼ੈਂਟਮੈਂਟ, ਨਾਰਾਜ਼ਗੀ। ਤੂੰ ਪੈਰ ਪੈਰ 'ਤੇ ਆਉਂਦੀ ਹੈ। ਉਹ ਆਉਂਦੀ ਇਸ ਕਰਕੇ ਹੈ ਵੀ ਮੈਨੂੰ ਕੋਈ ਸਮਝਦਾ ਹੀ ਨਹੀਂ, ਪਹਿਲੀ ਗੱਲ ਹੈ। ਦੂਸਰਾ, ਜਿਸ ਤੋਂ ਥੋੜ੍ਹਾ ਜਿਹਾ ਅੱਗੇ ਕੁਝ ਵਰਡਸ ਜੇ ਚੂਜ਼ ਕੀਤੇ ਜਾਣ ਤੇ ਉਹ ਇਹ ਹੁੰਦੇ ਨੇ ਕਿ ਮੇਰੀ ਕੋਈ ਗੱਲ ਹੀ ਨਹੀਂ ਮੰਨਦਾ। ਹੁਣ ਆਹ ਜਿਹੜੀ ਚੀਜ਼ ਆ, ਮੈਂ ਆਪਣੇ ਆਪ ਦੇ ਬਾਤ ਚੁਕਾ ਕੇ ਕਹਾਂ ਜੇ ਵੀ ਸਪੋਜ਼ ਕਰੋ ਮੈਂ ਵੀ ਇਹ ਕਹਾਂ ਵੀ ਮੇਰੀ ਕੋਈ ਗੱਲ ਨਹੀਂ ਮੰਨਦਾ। ਬਾਣੀ ਇਹ ਕਹਿੰਦੀ ਠੀਕ ਹੈ, ਆਪਾਂ ਇੱਥੇ ਕੰਮ ਕਰਦੇ ਹਾਂ। ਤੇਰੀ ਗੱਲ ਨਹੀਂ ਮੰਨਦਾ ਤੇਰਾ ਭਰਾ, ਤੇਰੀ ਕੋਈ ਸਿਸਟਰ, ਤੇਰਾ ਕੋਈ ਫੈਮਿਲੀ ਮੈਂਬਰ, ਤੇਰਾ ਕੋਈ ਆਫ ਸਪਰਿੰਗ ਸਿਬਲਿੰਗ, ਕੋਈ ਦੈਟ ਵੇ ਯੂ ਕੈਨ ਐਕਚੁਅਲੀ ਫਾਈਂਡ ਆਊਟ ਐਨੀ ਵਨ ਓਵਰ ਦੇਅਰ ਔਰ ਆਲ ਆਫ ਦੈਮ। ਇਹ ਵੀ ਹੋ ਸਕਦਾ। ਪਰ ਗੱਲ ਇਹ ਹੈ, ਤੂੰ ਆਪ ਆਪਣੀ ਗੱਲ ਮੰਨ। ਚਲੋ ਇਹਨੂੰ ਹੋਰ ਕਲੀਅਰ ਕਰ ਲਈਏ। ਤੇਰਾ ਮਨ ਗੱਲ ਮੰਨਦਾ? ਤੇਰਾ ਤਾਂ ਆਪਣਾ ਮਨ ਨਹੀਂ ਗੱਲ ਮੰਨਦਾ, ਬਾਹਰ ਕੌਣ ਕੀ ਮੰਨੇਗਾ? ਜੋ ਸਾਨੂੰ ਮੰਨਣਾ ਚਾਹੀਦਾ, ਸਾਡੀ ਅੰਦਰ ਦੀ ਦੁਨੀਆ ਉਹੀ ਨਹੀਂ ਮੰਨਦੀ, ਬਾਹਰ ਅਸੀਂ ਕਿਸੇ ਨੂੰ ਕੀ ਮਨਾਵਾਂਗੇ? ਗੁਰੂ ਬਾਬਾ ਜੀ ਕਹਿੰਦੇ ਪਹਿਲਾਂ ਇਹਨੂੰ ਨਾ ਮਨਾ ਲਈਏ, ਬਾਹਰ ਕਿਸੇ ਹੋਰ ਨੂੰ ਬਾਅਦ 'ਚ ਮਨਾ ਲਾਂਗੇ। ਇੱਥੋਂ ਕੰਮ ਸ਼ੁਰੂ ਕੀਤਾ ਜਾਏ। ਬਾਬਾ ਫਰੀਦ ਜੀ ਇਸ ਤੋਂ ਕਲੀਅਰ ਕੀ ਹੋਣਗੇ? ਆਪ ਸਵਾਰੇ ਮੈਂ ਮਿਲੇ, ਇਹਦੇ ਤੇ ਕੰਮ ਸ਼ੁਰੂ ਕਰ। ਪਹਿਲਾਂ ਅੰਦਰ ਦੀਆਂ ਗੁੰਝਲਾਂ ਖੋਲ ਥੋੜੀਆਂ ਉਸ ਰੂਪ ਦੇ ਵਿੱਚ। ਜੇ ਉਥੋਂ ਉਹ ਉਲਝਣਾ ਖੁੱਲ ਜਾਣਗੀਆਂ, ਫਿਰ ਹੋ ਸਕਦਾ ਬਾਹਰ ਦੇ ਵੀ ਕੋਈ ਉਲਝਣ ਖੁੱਲ ਜਾਏ ਤੇਰੀ। ਪਰ ਉਸ ਪਾਸੇ ਹੈ ਕੰਮ ਕਰਨਾ ਪਏਗਾ। ਤੇ ਇਸ ਕੰਮ ਕਰਨ ਦਾ ਮਤਲਬ ਜਿਵੇਂ ਵਰਕੋਹਲਿਕ ਹੋਣਾ ਆ, ਅਲਕੋਹਲਿਕ ਨੂੰ ਰਿਪਲੇਸ ਕਰ ਦਿਓ ਵਰਕੋਹਲਿਕ ਦੇ ਨਾਲ। ਕਦੀ ਕਹਿੰਦੇ ਚੰਗਾ ਆ, ਇਹ ਵਧੀਆ ਬੰਦਾ ਕੰਮ 'ਚ ਬਿਜ਼ੀ ਰਹਿੰਦਾ, ਠੀਕ ਹੈ, ਨਸ਼ਾ ਨਹੀਂ ਕਰਦਾ ਕੋਈ। ਹੌਲੀ ਹੌਲੀ ਪਤਾ ਲੱਗਾ ਉਹ ਨਹੀਂ, ਇਹ ਵੀ ਨਸ਼ਾ ਹੀ ਹੈ, ਕੰਮ ਵੀ ਅਸਲ ਦੇ 'ਚ ਇਹ 'ਚ ਹੋਰ ਸਮੱਸਿਆ ਕ੍ਰੀਏਟ ਹੋ ਜਾਏਗੀ। ਤੇ ਦੇਖੇ ਇਹੋ ਜਿਹੇ ਲੋਕ, ਅਸੀਂ ਕੰਮ ਤੇ ਜਾ ਰਹੇ, ਬੜੇ ਚੱਲੀ ਜਾ ਰਹੇ, ਸਿਹਤ ਲਾਓ ਨਹੀਂ ਕਰਦੀ। ਕੰਮ ਤੇ ਉਹੋ ਜੀ ਹੁਣ ਪਰਫਾਰਮੈਂਸ ਨਹੀਂ ਰਹਿ ਗਈ, ਕੰਮ ਦਾ এনवायरमेंट ਬਦਲ ਚੁੱਕਾ ਆ। ਉਹਨਾਂ ਨੂੰ ਨਵੀਂ ਵਰਕਫੋਰਸ ਚਾਹੀਦੀ ਹੈ, ਪਰ ਉਹ ਕਹਿੰਦੇ ਨਾ ਮੈਂ ਤੇ ਆਉਣਾ ਹੀ ਆਉਣਾ, ਮੈਂ ਤੇ ਕਰਨਾ ਹੀ ਕਰਨਾ ਆ। ਜੇ ਕਿਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਰਿਪਲੇਸ ਕਰਨ ਦੀ ਟਰਾਈ ਕੀਤੀ, ਉਹਨਾਂ ਨੂੰ ਲਾਮੇ ਕਰਨ ਦੀ ਟਰਾਈ ਕੀਤੀ, ਪੀਪਲ ਆਲਮੋਸਟ ਡਾਈਡ, ਉਹ ਮਰ ਗਏ। ਇਸ ਇਹੋ ਜਿਹਾ ਰੂਪ ਰਿਹਾ। ਮਤਲਬ ਇਹ
कि बंदा एक होर डिफरेंट किस्म के एडिक्शन में चला गया। हुण इस एडिक्शन च क्या गया, आपां इहदी भी कोई रिप्लेसमेंट लभीए, सैल्फ बैटरमेंट ते काम करिए, आत्म उसारी ते काम करिए, आत्म भ्रांति विच ना जीए, आत्म क्रांति ते आत्म उसारी विच जीए। ये भी एक रस है, इस रस ते काम कर, ये बैटर है। अपने आप नूं तकड़ी च तोल। जिहड़े लग गए इस काम चो भगत बन गए। बाबा कबीर जी का बचन असीं पढ़ते हाँ, कबीर सब ते हम बुरे। अपने आप ते काम कर रहे हो, हम तज भलो सब कोए, अपने आप ते काम कर रहे। कह लगे कि सच ये है कि मैं अपनी उस बिरती ते काम कर रहा जिहड़ी मेरे अंदर माड़ापन लैके आ रही सी, हुण हौली हौली घटा रहा। इहदा महारस आ, इहदा असल सुख आ, असल रस आ इहदा। गुरु बाबा जी ने कहा, बिखै बन फीका त्याग री सखीए, नाम महारस पीओ। इस महारस नूं पी। जदों ये रस पी लेगा दूसरे रस बेकार हो जाणगे। जिवें सपोज अज की दुनिया में भी लोग इस चीज़ नूं समझ रहे ने। जे पिछोकड़े देखा जाए तो एक जगह ते मौलाना रूमी ने लिखा सीगा, वो कहता है कि बंदे नूं दुनियादारी दे बहुत सारे नशे, बहुत सारिया चीज़ां, तमाशे, बहुत कुछ वेखण दा रस प्राप्त हुंदा है। पर क्योंकि उदों उस जमाने दे शब्द की बहुती लोगों को समझ नहीं सीगी, हरफां अखरां नूं पढ़ सकण दी, उन्हां विच छुपाई हुई दुनिया नूं वेख सकण दी। तो कहिंदे कि जिन्हां लोकां नूं अखर फड़ने आ गए, अखर पढ़ने आ गए, समझने आ गए, जिहड़ा रस वो पींदे दूजे नूं किसी नूं कोई अंदाज़ा नहीं वो रस की हुंदा है। जो शब्द दा रस है, जो उस रूप दे बात आ। हुण जे इसे लैवल ते असीं देखीए, जिहड़ा शब्द दा रस आ, हुण आपां बाणी नूं देखदे हां। बाणी बंदा किसी सुपरफिशियल अंडरस्टैंडिंग भी पढ़ी जाता है। कोई फिक्र है, चिंता आया किसी किस्म का, बंदा कहता चलो शब्द पढ़ते हैं, चलो बाणी पढ़ते हैं। कई बार बंदा किसी होर नूं सुनाउण वास्ते भी पढ़ता है, जिवें पाठी सिंह पढ़ते हैं, साडे असीं पढ़ते हैं सारे। कई बार बंदा आप भी पढ़ता है बाणी नूं समझण वास्ते, बाणी नूं एहसासन वास्ते। जिहड़ी वो चीज़ है महारस आ, जिहड़ा वो महारस आ, जो उस लैवल ते बंदा अपने आप विच उकेरदा ते फिर असल च अपने आप नाल गल करदा, एक रिलेशनशिप बिल्ट होनी शुरू हो जाती। गुरु साहब कहते ओ महारस पी, नाम महारस पीओ, बिन रस चाखे बुड गई सगली। बुड गई, डुब गई। मतलब इस तरह कह लो कि जदों असीं समाज विच देखते हैं, जिवें बड़ी खूबसूरत मिसाल देंदे प्रिंसीपल हरभजन सिंह एक जगह कहते कि संसार दे विच असीं पानी देखते हैं, समुंदर अराउंड 70-30 का रेशो है जिहड़ी धरती का तो पानी का। कहते भी बड़ा हिस्सा पानी का आ, तो पानी के उत्ते ही दुनिया की सारिਆਂ तो वध ट्रांसपोर्टेशन चलती है, सब चीज़ां चलदियां ने। सड़कों तो कुछ भी नहीं मुकाबलतन, जिन्नी लॉजिस्टिक का सारा काम ही पानी का, शिपिंग तो सारा खड़ा। अजकल तो सारे लोगों को पता लग रहा है भी शिपिंग किड्डी वड्डी चीज़ है। खैर वो जिक्र करते कि पानी दे विच बेड़े ठिलदे, बेड़े चलते, एक जगह तो चलता दूजी जगह तो पहुँचता, तो असीं सारे कहते हाँ भाई बेड़े चल रहे हैं। किते किते कोई आवाज़ आउंदी, कोई बेड़ा डुब गया, लोग बड़े दुखी होंगे। ओ हो कई बार बेड़ा जे किते डुब जाए, लोगों ने मूवीज़ तक बनाई, जिवें टाइटैनिक ते बनी, होर इहो जिहियां चीज़ां जिहड़ियां ना भाई ये जिहड़ा बड़ी वड्डी त्रासदी हो गई, ट्रैजिडी हो गई। कहंदे अध्यात्मिक लिटरेचर संसार नूं भवसागर किया गया। ये भी एक सागर है। ये सागर है बिखै बन दा, ये सागर है वकारां दा, ये सागर है वकारां दीयां लहरां दा। कहंदे जिहड़ा पानी दा समुंदर है, इहदे विच बेड़े ठिलदे, किते किते कोई आवाज़ आउंदी, कोई बेड़ी डुब गई, तो सारियां बेड़ियां किनारे लगदे, प्रॉपरली किनारे लगदियां। पर कहंदे जदों आवाज़ आउंदी लोग बड़ा दुख करदे, मणह करदे, ओ हो बेड़ी डुबनी नहीं सी चाहीदी। कहंदे भवसागर आ, हर रोज़ बेड़ियां डुबदियां, किते किते कोई आवाज़ आउंदी बेड़ी पार लगी, अदरवाइज सब डुबदे। कहंदे कोई झोरा नहीं करदे असीं। हुणे मैटाफोरिक वे नाल गल कीती है। वकारां दी दुनिया विच गवाच के जीवन के असल आनंद तो परहेज या हो जाना, या परे हो जाना, या जीवन नूं माण ना सकना। फिर भी है, देखिए
ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹਾਂ, ਇੱਕ ਦੂਜੇ ਦਾ ਹਿੱਸਾ ਹੈਗੇ ਹਾਂ। ਸਮਾਜ ਦੇ ਵਿੱਚ ਹਰ ਚੀਜ਼ ਦਾ ਅਸਰ ਸਾਡੇ ਉੱਤੇ ਹੁੰਦਾ ਆ। ਆਪਾਂ ਕੋਵਿਡ-19 ਦਾ ਮੰਜ਼ਰ ਦੇਖਿਆ, ਲਗਾਤਾਰ ਪਿੱਛੇ ਆਲਮੋਸਟ 1.5-2 ਵਰੇ ਤੋਂ ਸਭ ਤਮਾਸ਼ਾ ਦੇਖ ਰਹੇ ਹਾਂ ਅਸੀਂ। ਬੜੀਆਂ ਡੈਥਸ ਵੀ ਹੋਈਆਂ, ਬੜਾ ਫੈਟਲ ਇਹਦਾ ਇੰਪੈਕਟ ਰਿਹਾ ਸੋਸਾਇਟੀ ਦੇ ਵਿੱਚ। ਪਰ ਜੇ ਆਪਾਂ ਸਹੀ ਰੂਪ ਵਿੱਚ ਦੇਖੀਏ ਤੇ ਇਕੱਲੇ ਵੈਨਕੂਵਰ ਦਾ ਡਾਟਾ ਪਿੱਛੇ 3-4 ਵਾਰੀ ਰਿਲੀਜ਼ ਹੋਇਆ, ਹਾਲਾਂਕਿ ਕੋਵਿਡ ਕਰਕੇ ਚੀਜ਼ਾਂ ਸਭ ਪੌਜ਼ 'ਤੇ ਨੇ। ਇਕੱਲੇ ਵੈਨਕੂਵਰ ਦੇ ਵਿੱਚ ਜਿਹੜੀਆਂ ਓਵਰਡੋਜ਼ ਦੇ ਨਾਲ ਡੈਥ ਹੋਈਆਂ ਨੇ, ਉਹ ਕੋਵਿਡ ਨੂੰ ਕਿਤੇ ਵੱਧ ਜਿਹੜਾ ਹੈਗਾ ਪਾਸ ਕਰ ਗਈਆਂ ਨੇ, ਕਿਤੇ ਵੱਧ ਡਾਟਾ ਬਣ ਗਿਆ। ਕੋਵਿਡ ਵਿੱਚ ਤੇ ਕੋਈ ਲੋਕ ਮਰੇ ਹੋਣਗੇ ਜਿਹੜੇ ਕੁਝ ਅੰਡਰਲਾਈਨ ਇਸ਼ੂਜ਼ ਵਾਲੇ ਹੋਣਗੇ, ਕੁਝ ਹੋਰ ਕਿਸੇ ਕਿਸਮ ਦੇ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਬਲਮਸ ਹੋਣਗੀਆਂ, ਏਜ ਲੋਕ ਹੋਣਗੇ। ਇੱਥੇ ਤਾਂ ਯੰਗ ਬਲੱਡ ਗਿਆ, ਜ਼ਿਆਦਾਤਰ 25 ਤੋਂ ਵੀ ਘੱਟ ਏਜ ਦੇ ਵਿੱਚ। ਇਟਸ ਏ ਵੇਸਟੇਜ ਆਫ ਲਾਈਫ। ਇਹ ਜ਼ਿੰਦਗੀ ਦੀ ਮਤਲਬ ਇੱਕ ਨੁਕਸਾਨ ਹੈ ਬੜਾ ਵੱਡਾ। ਇਸ ਸਮਾਜ 'ਚ ਇਸ ਕਿਸਮ ਦੀ ਬਾਤ ਹੁੰਦੀ ਤੇ ਜਦੋਂ ਅਸੀਂ ਇਸ ਲੈਵਲ 'ਤੇ ਸਾਰਾ ਦੇਖਦੇ ਤੇ ਇਹ ਕੀ ਹੈ? ਇਹ ਡੁੱਬ ਜਾਣਾ ਹੈ, ਬੁੱਢ ਜਾਣਾ ਹੈ। ਤੇ ਇਹ ਜਿਹੜਾ ਨੁਕਸਾਨ ਆ, ਇਹ ਇਕੱਲਾ ਇੱਕ ਫੈਮਿਲੀ ਦਾ ਨਹੀਂ, ਇੱਕ ਜਗ੍ਹਾ ਦਾ ਨਹੀਂ, ਸੁਸਾਇਟੀ ਦਾ ਆ। ਇਹਦਾ ਇੰਪੈਕਟ ਸੁਸਾਇਟੀ 'ਤੇ ਪੈਂਦਾ, ਲੌਂਗ ਰਨ ਇਫੈਕਟ। ਸੁਸਾਇਟੀ ਇਹਦੇ ਨਾਲ ਬਿਮਾਰ ਹੋ ਜਾਂਦੀ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਜਾਂ ਭਗਤ ਜੀ ਕਹਿੰਦੇ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਸਾਂਝਾ ਦੁੱਖ ਸਮਝਣਾ ਸਾਰਿਆਂ ਦਾ। ਇਹ ਬਿਖੈਰ ਬਨ ਜਿਹੜਾ ਹੈ, ਇਹਦੇ 'ਚੋਂ ਕਦੀ ਭਲਾ ਨਹੀਂ ਹੋਏਗਾ। ਬਾਹਰ ਨਿਕਲੋ ਵਕਾਰਾਂ ਤੋਂ, ਵਿਸ਼ੇ ਵਕਾਰਾਂ ਤੋਂ। ਕਿਆ ਬਿਨ ਰਸ ਚਾਖੇ ਜੇ ਮਹਾਰਸ ਨਾ ਪੀਤਾ, ਜੇ ਜ਼ਿੰਦਗੀ ਦੀ ਉਸਾਰੀ ਨਾ ਕੀਤੀ। ਫਿਰ ਇੱਕ ਐਗਜ਼ਾਮਪਲ ਹੋਰ ਲੈ ਲਈਏ ਇਹਦੇ ਨਾਲ। ਸਾਡੇ ਇੱਥੇ ਮੇਰੇ ਖਿਆਲ 'ਚ ਪਿਛਲੇ ਕੁਝ ਦਿਨਾਂ ਤੋਂ ਰੌਲਾ ਪੈ ਰਿਹਾ ਮੈਰੂਆਨਾ ਦੀਆਂ ਸ਼ਾਪਸ ਵਗੈਰਾ ਦਾ, ਸਾਰੇ ਕਾਸੇ ਦਾ। ਹਾਲਾਂਕਿ ਮੈਂ ਬੇਨਤੀ ਕਰਾਂਗਾ ਵੀ ਇਹ ਇਕੱਲਾ ਰੌਲਾ ਵਗੈਰਾ ਪਾਉਣ ਦੇ ਨਾਲ ਜਾਂ ਕਿਤੇ ਕੋਈ ਹੈ ਕਿਸੇ ਕਿਸਮ ਦਾ ਐਜ਼ੀਟੇਸ਼ਨ ਕਰਨ ਨਾਲ ਚੀਜ਼ਾਂ ਨਹੀਂ ਬਦਲਦੀਆਂ। ਸਾਨੂੰ ਜੇ ਇੰਨੀ ਸਮਝ ਨਹੀਂ ਆਈ ਇਹਨਾਂ ਮੁਲਕਾਂ 'ਚ ਵੀ ਆ ਕੇ, ਤੇ ਮਾਫੀ ਚਾਹਾਂਗਾ, ਫਿਰ ਸਾਨੂੰ ਕੋਈ ਧਰਤੀ 'ਤੇ ਬੰਦਾ ਐਜੂਕੇਟ ਨਹੀਂ ਕਰ ਸਕਦਾ। ਸੌਰੀ ਟੂ ਸੇ ਸਮਟਾਈਮ ਆਈ ਸਪੀਕ ਵੈਰੀ ਨੈਚੁਰਲੀ, ਯੂ ਕੈਨ ਸੇ ਬੇਅਰ ਟਰੂ, ਬਟ ਦਿਸ ਇਜ਼ ਟਰੂਥ। ਉਹ ਚਾਹੁੰਦਾ ਹੈ ਕਿ ਇਹ ਨਿਜ਼ਾਮ ਕਿਵੇਂ ਚੱਲਦਾ। ਇਹਦੇ ਕੁਝ ਪਾਵੇ ਨੇ, ਪਿਲਰਸ ਨੇ। ਨੰਬਰ 1 ਓਪੀਨੀਅਨ ਮੇਕਰਸ, ਨੰਬਰ 2 ਪਾਲਿਸੀ ਮੇਕਰਸ, ਨੰਬਰ 3 ਲਾ ਮੇਕਰਸ। ਜਿਹੜਾ ਲਾਸਟ ਵਾਲਾ ਪਾਵਾ ਬਣਦਾ ਨਾ, ਉਹ ਬਣਦਾ ਜਿਹੜਾ ਇਸ ਸਾਰੇ ਨੂੰ ਐਗਜ਼ੀਕਿਊਟ ਕਰਦਾ ਆ, ਜਿਹੜਾ ਸਿਰਫ ਲਾ ਨੂੰ ਇਨਫੋਰਸ ਕਰਦਾ ਆ। ਅਸੀਂ ਲਾ ਇਨਫੋਰਸ ਕਰਨ ਵਾਲਿਆਂ ਲੜੀ ਜਾਂਦੇ ਜਾ ਕੇ। ਉਹਨਾਂ ਦੇ ਹੱਥ ਹੀ ਕੁਛ ਨਹੀਂ ਹੈਗਾ। ਦੇ ਕੈਨ ਨੋਟ ਡੂ ਐਨੀਥਿੰਗ। ਜਿੱਥੇ ਚੀਜ਼ ਹੋਣੀ ਹੈ ਉਹ ਹੈਗਾ ਲਾ ਮੇਕਰਸ, ਐਂਡ ਲਾ ਮੇਕਰਸ ਦੇ ਆਰ ਆਲਸੋ ਬਾਉਂਡ ਵਿਦ ਦ ਪਾਲਿਸੀਜ਼। ਪਾਲਿਸੀ ਮੇਕਰਸ, ਹੂ ਆਰ ਦ ਪਾਲਿਸੀ ਮੇਕਰਸ? ਸਾਨੂੰ ਕੋਈ ਅਹਿਸਾਸ ਨਹੀਂ ਇਹਦਾ। ਐਂਡ ਹੂ ਆਰ ਦ ਓਪੀਨੀਅਨ ਮੇਕਰਸ? ਸੋਚਿਆ ਹੀ ਨਹੀਂ ਅਜੇ ਤੱਕ। ਤੇ ਜਿਵੇਂ ਪਰਸੈਪਸ਼ਨ ਦੀ ਗੱਲ ਕੀਤੀ ਪਹਿਲਾਂ, ਪਰਸੈਪਸ਼ਨ ਬਣਦੀ ਸਭ ਤੋਂ ਪਹਿਲਾਂ, ਉਹ 'ਤੇ ਕੰਮ ਕਰੋ। ਜੇ ਆਪਾਂ ਅੱਜ ਦੀ ਤਾਰੀਖ ਵਿੱਚ ਦੇਖੀਏ, ਸੌਰੀ ਟੂ ਸੇ ਬਾਈ ਚਾਂਸ ਸਮਾਪਤੀ ਸਮਾਂ ਹੋ ਚੱਲਾ, ਉੱਥੇ ਬਾਤ ਆ ਰਹੀ ਹੈ, ਕਿਸਾਨੀ ਸੰਘਰਸ਼ ਨਾਲ ਜੂਝ ਰਹੇ ਲੋਕਾਂ ਦਾ ਉੱਥੇ ਹਾਲਤ ਦੇਖੋ ਕੀ ਹੈ। ਮੈਂ ਤਾਂ ਨਹੀਂ ਦੇਖ ਪਾਇਆ ਜਿਹੜੀ ਲਾਸਟ ਵਾਲੀ ਵੀਡੀਓ ਸੀਗੀ ਉਸ ਰੂਪ ਦੇ ਵਿੱਚ। ਆਮ ਵੈਰੀ ਇਮੋਸ਼ਨਲ ਕਾਈਂਡ ਆਫ ਪਰਸਨ। ਆਈ ਟੋਟਲੀ ਅਵੋਇਡ ਟੂ ਵਾਚ ਇਟ। ਰਿਐਲਿਟੀ ਹੈ। ਮਤਲਬ ਤੁਸੀਂ ਆਪਣਾ ਖੂਨ ਵੀ ਪਾਣੀ ਤੋਂ ਹੀ ਵੱਧ ਕੇ ਡੋਲ ਲਿਆ। ਤੁਸੀਂ ਆਪਣੇ ਘਰ ਦੇ ਸੋਰਸਸ ਵੀ ਲਗਾਤੇ ਸਾਰੀ ਮਤਲਬ ਆਲਮੋਸਟ ਸਿੱਖ ਪਰਿਵਾਰ ਹੀ ਸਾਰੇ ਲੱਗ ਗਏ। ਤੁਹਾਡੇ ਬਾਰੇ ਪਰਸੈਪਸ਼ਨ ਕੀ ਹੈ ਇਹ ਸੋਚੋ। forget about what you are getting, what we are actually getting from that whole agitations, or ਉਹ ਸਾਰੇ ਤੋਂ ਕੀ ਪ੍ਰਾਪਤ ਕਰੋਗੇ। ਸਾਡੇ ਬਾਰੇ ਪਰਸੈਪਸ਼ਨ ਕੀ ਹੈ, ਰਾਏ ਕੀ ਹੈ, ਲੋਕ ਰਾਏ ਕੀ ਹੈ ਸਾਡੇ ਬਾਰੇ। ਜੇ ਸਾਨੂੰ ਇਹ ਨਹੀਂ ਦਿਸ ਰਿਹਾ ਸਾਡੇ ਬਾਰੇ ਲੋਕ ਰਾਏ ਕੀ ਬਣਾਈ ਗਈ ਹੈ, ਅਜੇ ਵੀ ਬਣਾਈ ਜਾ ਰਹੀ ਹੈ, ਅਸੀਂ ਕਿੱਥੇ ਕੰਮ ਕਰਾਂਗੇ। ਥੋੜਾ ਬੇਸਿਕਸ ਤੇ ਆ ਜਾਈਏ, ਬੇਸਿਕਸ ਤੇ ਕੰਮ ਕਰਾ। ਗੁਰੂ ਸਾਹਿਬ ਨੇ ਇੱਥੇ ਕੀਤਾ। 2 ਚੀਜ਼ਾਂ ਨਾਲ ਦੁਨੀਆ ਚੱਲਦੀ ਹੈ, ਪਬਲਿਸਿਟੀ ਤੇ ਡੈਮੋਨਸਟ੍ਰੇਸ਼ਨ, ਦੈਟਸ ਇਟ। ਜੇ ਸੱਚ ਦੀ ਪਬਲਿਸਿਟੀ ਨਹੀਂ ਕਰੋਗੇ, ਸੱਚ ਦਾ ਡੈਮੋਨਸਟ੍ਰੇਸ਼ਨ ਨਹੀਂ ਕਰੋਗੇ, ਝੂਠ ਜਿੱਤੇਗਾ, ਹਮੇਸ਼ਾ ਜਿੱਤੇਗਾ। ਅਦਰਵਾਈਜ਼ ਗੁਰੂ ਸਾਹਿਬ ਤੇ ਬੈਠੇ ਹੀ ਤਲਵੰਡੀ, ਗੁਰੂ ਸਾਹਿਬ ਕਹਿੰਦੇ ਮੈਨੂੰ ਕੀ, ਜੋਗੀ ਵੀ ਤੇ ਬੈਠੇ ਸੀ ਪਹਾੜਾਂ ਦੇ ਵਿੱਚ। ਗੁਰੂ ਸਾਹਿਬ ਗਏ
ਆਪਣੇ ਜੋ ਉਹਨਾਂ ਦੀ ਅਸਲ ਵਿਚਾਰ ਖਿਆਲ ਸੀ ਉਹਦੀ ਪ੍ਰੈਜੈਂਟੇਸ਼ਨ ਕੀਤੀ, ਬੜੇ ਵਧੀਆ ਢੰਗ ਨਾਲ ਕੀਤੀ, ਵਾਜਬ ਢੰਗ ਨਾਲ ਕੀਤੀ, ਸਮਾਜਾਂ 'ਚ ਕੀਤੀ, ਆਲੇ ਦੁਆਲੇ ਕੀਤੀ, ਲੋਕ ਮੁਹਾਜ 'ਚ ਕੀਤੀ, ਲੋਕ ਮੁਹਾਜ ਨੂੰ ਸਿੱਖਿਅਤ ਕੀਤਾ, ਦੱਸਿਆ ਗੁਰੂ ਕੌਣ ਹੈ, ਗੁਰੂ ਦਾ ਆਸ਼ਾ ਕੀ ਹੈਗਾ। ਇਹ ਸਾਰਾ ਕੰਮ ਕਰਨ ਦੀ ਲੋੜ ਹੈ। ਜਿਹਦੇ ਤੇ ਕੰਮ ਕੀਤਾ ਜਾਏ ਸਮਾਜ ਵੀ ਬਦਲਦਾ ਹੈ, ਜੀਵਨ ਵੀ ਬਦਲਦਾ। ਜਿਹੜੀ ਬਾਤ ਇੱਥੇ ਆ ਰਹੀ ਸੀ ਨਾ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਜੇ ਮਹਾਰਸ ਨਹੀਂ ਚਖਾਂਗੇ ਤੇ ਡੁੱਬ ਜਾਵਾਂਗੇ। ਸਾਰਾ ਸੰਸਾਰ ਹੀ ਐਵੇਂ ਡੁੱਬ ਗਿਆ। ਪੰਜਾਬ ਦੀ ਫਿਜ਼ਾਂ ਦੇ ਵਿੱਚ ਜਿਹੜੀ ਉੱਥੋਂ ਦੀ ਜਲਵਾਯੂ ਹੈ, ਜਿਹੜਾ ਉੱਥੋਂ ਦਾ ਆਬੋ ਹਵਾ ਆ ਸਾਰੇ ਦੀ ਸਾਰੀ, ਉਹ ਬਹੁਤ ਸੂਟੇਬਲ ਹੈ ਬਹੁਤ ਸਾਰੀ ਖੇਤੀ ਨੂੰ। ਜਿਵੇਂ ਅਫੀਮ ਦੀ ਖੇਤੀ ਹੈ, ਜਿਹੜੇ ਪੋਪੀ ਫਲਾਵਰਸ ਹੁੰਦੇ ਆ, ਪੋਪੀ ਜਿਹੜੀ ਹੈ ਜਿਹੜੀ ਕਰੋਪਸ ਹੁੰਦੀਆਂ, ਟਬੈਕੋ ਨੂੰ, ਜਗਤ ਜੂਠ ਨੂੰ, ਇਹਨਾਂ ਚੀਜ਼ਾਂ ਨੂੰ। ਤੇ ਹੁੰਦੀ ਸੀ ਖੇਤੀ, ਬਹੁਤ ਹੁੰਦੀ ਸੀ। ਗੁਰਮਤ ਆਸ਼ੇ ਦੇ ਫੋਲੋਵਰ ਹੋਏ ਮਨੁੱਖਾਂ ਨੇ ਉਹ ਖੇਤੀ ਛੱਡਤੀ ਸਾਰੀ, ਪ੍ਰੋਫਿਟ ਅਰਨਿੰਗ ਛੱਡਤੀ। ਪਤਾ ਲੱਗ ਗਿਆ ਇਹ ਪਾਸੇ ਜਾਣਾ ਹੀ ਨਹੀਂ। ਸਮਾਜ ਐਵੇਂ ਬਦਲਦਾ। ਆਪ ਅੰਦਾਜ਼ਾ ਲਾਓ, ਇਸ ਤਰੀਕੇ ਨਾਲ ਸਮਾਜ ਬਦਲਦੇ। ਇਹ ਹੈ ਉਹ ਡੁੱਬਣਾ ਹੀ ਨਹੀਂ ਉਹਦੇ ਵਿੱਚ। ਅਦਰਵਾਈਜ਼ ਜਿਵੇਂ ਬ੍ਰਿਟਿਸ਼ ਨੇ ਦੁਨੀਆ ਭਰ ਦੇ ਵਿੱਚ ਕਲੋਨੀਜ਼ ਬਣਾਈਆਂ ਤੇ ਉੱਥੇ ਜਾ ਕੇ ਰਹੇ ਅਖੀਰ ਤੱਕ, ਤੇ ਸਭ ਕੁਝ ਲੁੱਟ ਪੁੱਟ ਕੇ ਫਨਾਹ ਕਰਕੇ ਸਭ ਤੋਂ ਘੱਟ ਸਮਾਂ ਤੇ ਸਭ ਤੋਂ ਵੱਧ ਫੋਰਸ ਲਾ ਕੇ ਜਿੱਤੇ ਰਹੇ, ਉਹ ਤੁਹਾਡਾ ਦਰਿਆਵਾਂ ਦੀ ਧਰਤੀ ਸੀਗੀ। ਫਿਰ ਵੀ ਇੰਨੀ ਸਟਰਗਲ ਹੋਈ ਤੇ ਅਲਟੀਮੇਟਲੀ ਉਹਨਾਂ ਦੇ ਉਸ ਹੋਣ ਦੇ ਸਮੇਂ ਦੇ ਵਿੱਚ ਵੀ ਤੁਹਾਡੀ ਹੋਂਦ ਦਾ ਇਜ਼ਹਾਰ ਹੋਇਆ ਉਹਨਾਂ ਦੇ ਵੱਲੋਂ ਵੀ। ਜਦੋਂ ਉਹਨਾਂ ਨੇ ਸਾਰੇ ਵਰਲਡ ਵਾਰ ਵਿੱਚ ਲੈ ਕੇ ਗਏ, ਐਕਸਪੋਜ਼ਰ ਕੀਤਾ, ਸਭ ਸਿੱਖਾਂ ਨੂੰ ਸਭ ਲੈਵਲ ਤੇ ਦਵਾਇਆ। ਉਸ ਤੋਂ ਬਾਅਦ ਤੁਹਾਨੂੰ ਲੀਗਲ ਰਾਈਟਸ ਵੀ ਦਿੱਤੇ, ਪਹਿਲੀ ਜੰਗ ਜਿੱਤੀ ਗੁਰਦੁਆਰੇ ਦੀ ਵੋਟ ਜਿਹੜੀ ਹੈ ਪ੍ਰਾਪਤ ਕਰਕੇ। ਇਹ ਹੈ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ ਕੇ ਸੈਲਫ ਬੈਟਰਮੈਂਟ ਤੇ ਇੰਡੀਵਿਜੂਅਲ ਕੰਮ ਕਰੇ ਤੇ ਕਮਿਊਨਿਟੀ ਕੰਮ ਕਰੇ, ਉਹਦੇ 'ਚ ਰਸ ਹੈ, ਉਹ 'ਚ ਪ੍ਰਾਪਤੀ ਹੈ। ਰੈਸਟ ਆਫ ਸ਼ਬਦ ਇਜ਼ ਗੋਇੰ ਟੂ ਐਕਸਪਲੇਨ some other areas. We have to leave it here ਕਿਉਂਕਿ ਸਮਾਂ ਹੋ ਗਿਆ। ਭਾਈ ਸਾਹਿਬ ਅਗਲਾ ਜਿਹੜਾ ਹੈਗਾ ਪ੍ਰੋਗਰਾਮ ਚਲਾਉਣਗੇ। ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦਿਆਂ ਹੋਇਆਂ ਸਮਾਪਤੀ ਕਰੀਏ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।